सतनाम श्री वाहिगुरु साहिब जी। सतनाम श्री वाहिगुरु साहिब जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। आदि सच जुगादि सच है भी सच नानक होसी भी सच। कहाँ तुझ प्रभ बुद्ध हमारी वर्णन सके महिमा जो तुम्हारी। हम न सकत कर सिफत तुम्हारी आप लो तुम कथा सुधारी। मुँह कूचर शास्त्र खट पिंग गिरन चढ़ जाए। अंध लख बदरो सुने जो काल कृपा कराए। तुद आगे अरदास हमारी जियो पिंड सब तेरा। कहो नानक सब तेरी वड्याई कोई नाम न जाने मेरा। कहो नानक सब तेरी वड्याई कोई नाम न जाने मेरा। वाहिगुरु जी का खालसा वाहिगुरु जी की फतेह। परम सत्कारयोग गुरु जी की साजी निवाजी गुरु स्वरूप साध संगत सतगुरां दी मेहर रहमत दा सदका आप श्री गुरु ग्रंथ साहब जी दे चरणां नाल जुड़ के आनंद माण रहे हो। मेहर कीती है सतगुरु जी ने सोदर संध्या रहरास जी के नितनेम बख्शे हैं। बड़ी श्रद्धा दे नाल आप भी नितनेम अनुसार हाजरियां भर के गुरु की बाणी गुरु के वचन गुरु का जस कथा कीर्तन सुखदाई ये अमोलक पदार्थ प्राप्त कर रहे हो। समय नू स्वासा नू मनुखा जन्म नू लेखे ला रहे हैं। मेहर कीती है सतगुरां ने बख्शिश कीती है। लगातार काफी समय तो पावन पवित्र अथा अगम अगोचर तुर्की बाणी जी की कथा शब्द विचार आपां नूं बख्श रहे हैं। सतगुरु सतगुरां दी महान पवित्र बाणी विचों भट्टां के सवैये जो 17 भट्ट वेदां दे अवतार श्री गुरु अर्जन देव महाराज जी दे चरणां विच हाजिर होके आत्मक शांति प्राप्त करन वास्ते अरदासां बेनतियां कीतियां ते सतगुरु पातशाह जी ने बचन किया, जस करो गुरु नानक पातशाह निरंकार स्वरूप
ਉਹਨਾਂ ਦੀ ਗੱਦੀ ਤੇ ਬੈਠੇ ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੀ ਸਿਫਤ ਸਲਾਹ ਕਰੋ। ਸਤਿਗੁਰ ਦਾ ਦਰ ਹੈ, ਜੋ ਵੀ ਇੱਥੇ ਆਉਂਦਾ ਹੈ ਸਤਿਗੁਰ ਸੁਖ ਸ਼ਾਂਤੀ ਚਾਰੇ ਪਦਾਰਥ ਬਖਸ਼ਦੇ ਹਨ। ਉਹ ਭੱਟ ਜੋ ਬੜੇ ਆਚਾਰੀਆ ਸਨ, ਵੇਦਾਂ ਪੁਰਾਣਾ ਸ਼ਾਸਤਰਾਂ ਦਾ ਉਹਨਾਂ ਨੇ ਕਾਂਸੀ ਬਨਾਰਸ ਵਿੱਚ ਅਧਿਐਨ ਕੀਤਾ ਸੀ। ਸਾਖਸ਼ਾਤ ਬ੍ਰਹਮਾ ਦੇ ਅਵਤਾਰ ਭੱਟ ਭਿੱਖਾ ਜੀ ਨਾਲ ਹਨ। ਕਈ ਦਿਨਾਂ ਤੋਂ ਆਪ ਸਰਵਣ ਕਰ ਰਹੇ ਹੋ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਬਾਬਾ ਲਹਿਣਾ ਸਾਹਿਬ ਜੀ ਦੀ ਉਪਮਾ ਜੋ ਤਿੰਨ ਭੱਟਾਂ ਨੇ ਆਪਣੇ ਮੁਖਾਰ ਬਿੰਦ ਤੋਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਕੀਤੀ। ਚਾਰ ਸਵਈਏ ਕੱਲ ਸਹਾਰ ਜੀ ਦੇ ਪਹਿਲਾਂ ਆਰੰਭ ਵਿੱਚ, ਫਿਰ ਪੰਜ ਸਵਈਏ ਤੁਸੀਂ ਸਰਵਣ ਕੀਤੇ ਭੱਟ ਕੱਲ ਜੀ ਦੇ, 9 ਸਵਈਏ ਤੇ 1 ਸਵਈਆ ਗੁਰੂ ਅੰਗਦ ਦੇਵ ਜੀ ਦਾ ਰਹਿੰਦਾ ਹੈ, ਜਿਹਦੀ ਗੁਰੂ ਕਿਰਪਾ ਨਾਲ ਆਪਾਂ ਨੇ ਅੱਜ ਵਿਚਾਰ ਕਰਨੀ ਹੈ। ਇਹ ਸਵਈਆ ਭੱਟ ਟਲ ਜੀ ਦਾ ਉਚਾਰਨ ਕੀਤਾ ਹੋਇਆ। 4 ਸਵਈਏ ਕੱਲ ਸਹਾਰ ਜੀ ਦੇ, 5 ਭੱਟ ਕੱਲ ਜੀ ਦੇ, ਤੇ ਇਹ 10ਵਾਂ ਜਿਹੜਾ ਸਵਈਆ ਹੈ ਇਹ ਹੁਣ ਭੱਟ ਕੱਲ ਜੀ ਸਤਿਗੁਰ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਬੇਅੰਤ ਸੰਗਤਾਂ ਜਗਿਆਸੂ ਸਰਵਣ ਕਰਦੇ ਨੇ, ਲਾਹੇ ਪ੍ਰਾਪਤ ਕਰਦੇ ਨੇ। ਆਓ ਆਪਾਂ ਵੀ ਸ਼ਰਧਾ ਭਾਵਨਾ ਨਾਲ ਬੈਠ ਕੇ ਗੁਰੂ ਕੇ ਸ਼ਬਦ ਸਰਵਣ ਕਰੀਏ, ਲਾਹੇ ਪ੍ਰਾਪਤ ਕਰੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਸ ਸੱਚ ਸੰਜਮ ਵਰਤ ਸੱਚ, ਕਬ ਜਨ ਕਲ ਵਖਾਣ। ਜਿਸ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸੱਚ ਹੀ ਸੰਜਮ ਹੈ, ਸੱਚ ਹੀ ਵਰਤ ਹੈ। ਭਾਵ ਸੱਚ ਤੋਂ ਬਿਨਾ ਹੋਰ ਕੋਈ ਕਿਰਿਆ ਹੀ ਨਹੀਂ ਹੈ। ਕੱਲ ਕਵੀ ਜੀ ਉਹਨਾਂ ਬਾਬਤ ਬਚਨ ਕਰਦੇ ਹਨ। ਦਰਸ਼ਨ ਪਰਸੈ ਗੁਰੂ ਕੈ, ਸੱਚ ਜਨਮ ਪਰਵਾਣ। ਉਹ ਜੋ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚ ਸਰੂਪ ਹਨ, ਇਹ ਵੀ ਸੱਚ ਹੈ। ਫਿਰ ਜਿਹੜੇ ਉਹਨਾਂ ਦੇ ਦਰਸ਼ਨ ਕਰਦੇ ਨੇ, ਜੋ ਉਹਨਾਂ ਦੇ ਚਰਨ ਪਰਸਦੇ ਨੇ, ਜਿਨ੍ਹਾਂ ਜਿਨ੍ਹਾਂ ਨੂੰ ਅਪਾਰ ਕਿਰਪਾ ਹੋ ਕੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੰਗਤ ਕਰਨ ਦਾ, ਬਚਨ ਸੁਣਨ ਦਾ, ਬਚਨ ਸੁਣ ਕੇ ਮੰਨਣ ਦਾ ਸੁਭਾਗ ਪ੍ਰਾਪਤ ਹੋਏ। ਭੱਟ ਸਾਹਿਬ ਕਹਿੰਦੇ ਨੇ ਕਿ ਸੱਚ ਜਨਮ ਪਰਵਾਣ। ਇਹਦੇ ਵਿੱਚ ਵੀ ਫਿਰ ਸ਼ੰਕਾ ਨਹੀਂ ਕਰਨੀ, ਇਹ ਵੀ ਸੱਚ ਹੈ ਕਿ ਉਹਨਾਂ ਦਾ ਜਨਮ ਪਰਵਾਣ ਸਫਲ ਹੋ ਗਿਆ। ਬੜਾ ਔਖਾ ਹੈ ਸਫਲ ਕਰਨਾ, ਗੁਰੂ ਦੀ ਉਹ ਕਿਰਪਾ ਹੋਵੇ। ਪਰ ਸਾਨੂੰ ਕਿੰਨੀ ਰਿਆਇਤ ਦਿੱਤੀ ਹੈ, ਕਿੰਨਾ ਸੁਖਾਲਾ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਦਰਸ਼ਨ, ਕਿਉਂਕਿ ਸੱਚ ਦੇ ਦਰਸ਼ਨ, ਸੱਚ ਹੀ ਬੋਲਣਾ, ਨੇਤਰਾਂ ਦੁਆਰਾ ਸੱਚ ਵੇਖ ਰਹੇ ਨੇ, ਰਸਨਾ ਦੁਆਰਾ ਸੱਚ ਬੋਲ ਰਹੇ ਨੇ, ਹੱਥਾਂ ਦੁਆਰਾ 24 ਘੰਟੇ ਸੰਗਤ ਦੀ ਸੇਵਾ, ਮੁੰਝ ਬਟਣਾ, ਉਹ ਬਾਣ ਵੇਚ ਕੇ ਪ੍ਰਸ਼ਾਦਾ ਛਕਣਾ। ਗੁਰੂ ਅੰਗਦ ਦੇਵ ਜੀ ਨੇ ਲੰਗਰ ਦਾ ਪ੍ਰਸ਼ਾਦਾ ਵੀ ਨਹੀਂ ਛਕਣਾ, ਐਡੀ ਅਵਸਥਾ ਵਿੱਚ ਬਾਣ ਵਟ ਕੇ ਫਿਰ ਇਹ ਸੱਚ ਦੀ ਕਿਰਿਆ, ਸੱਚ ਦੀ ਕਿਰਤ। ਐਸੇ ਜੋ ਗੁਰੂ ਅੰਗਦ ਦੇਵ ਜੀ ਹਨ, ਉਹਨਾਂ ਦੇ ਜਿਨ੍ਹਾਂ ਜਿਨ੍ਹਾਂ ਨੂੰ ਦਰਸ਼ਨ ਜਾਂ ਜਿਨ੍ਹਾਂ ਨੇ ਸੰਗਤ ਕੀਤੀ, ਬਚਨ ਸੁਣੇ, ਸੁਣ ਕੇ ਮੰਨੇ, ਉਹਨਾਂ ਦਾ ਮਨੁੱਖ ਜਨਮ ਪ੍ਰਵਾਨ ਹੋ ਗਿਆ, ਸਫਲਾ ਹੋ ਗਿਆ। ਅਮੈ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਗਲ ਮਲ। ਅਮੈ ਦ੍ਰਿਸ਼ਟ, ਅੰਮ੍ਰਿਤ ਰੂਪੀ ਦ੍ਰਿਸ਼ਟ, ਜਿਨ੍ਹਾਂ ਉੱਤੇ ਵੀ ਕਰ ਦਿੰਦੇ ਹਨ ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਕਿਰਪਾ ਦ੍ਰਿਸ਼ਟੀ ਦਾ ਉਹ ਕਿਰਪਾ ਭਰੀ ਦ੍ਰਿਸ਼ਟੀ ਜਿਨ੍ਹਾਂ ਉੱਤੇ ਪੈ ਜਾਂਦੀ ਹੈ। ਅਮੈ ਦ੍ਰਿਸ਼ਟ,
ਕੀ ਕਰਦੀ ਹੈ? ਜਨਮਾਂ ਜਨਮਾਂ ਦੇ ਪਾਪ, ਜਨਮਾਂ ਜਨਮਾਂ ਦੇ ਦੋਖ, ਜਨਮਾਂ ਜਨਮਾਂ ਦੀ ਪਾਪਾਂ ਦੀ ਲੱਗੀ ਮਲ ਨੂੰ ਸਤਿਗੁਰ ਗੁਰੂ ਅੰਗਦ ਦੇਵ ਮਹਾਰਾਜ ਅੰਮ੍ਰਿਤ ਦ੍ਰਿਸ਼ਟੀ ਦੁਆਰਾ ਹੀ ਇਹ ਆਪਣੇ ਨਾਲ ਵੀ ਗੱਲ ਵਰਤਦੀ ਹੈ। ਕੋਈ ਖੁਸ਼ੀ ਨਾਲ ਹੱਸ ਕੇ ਪਿਆਰ ਨਾਲ ਤੁਹਾਡੇ ਵੱਲ ਵੇਖੇ, ਮਨ ਵਿੱਚ ਸ਼ਾਂਤੀ ਆਉਂਦੀ ਹੈ, ਧੀਰਜ ਆਉਂਦਾ ਹੈ। ਕਿਸੇ ਸੁੰਦਰ ਬਗੀਚੇ ਵਿੱਚ ਜਾਓ, ਸੁੰਦਰ ਬਾਗ ਲੱਗਿਆ ਹੋਇਆ, ਸੁੰਦਰ ਫਲ ਨੇ, ਕਿਤੋਂ ਸੁੰਦਰ ਮਿੱਠੀਆਂ ਮਿੱਠੀਆਂ ਆਵਾਜ਼ਾਂ ਆ ਰਹੀਆਂ ਨੇ। ਜਦੋਂ ਉਸ ਬਗੀਚੇ ਨੂੰ ਵੇਖੋਗੇ, ਉਹ ਸੁੰਦਰ ਆਵਾਜ਼ਾਂ ਕੰਨਾਂ ਵਿੱਚ ਪੈਣਗੀਆਂ, ਮਨ ਨੂੰ ਧੀਰਜ ਪਵੇਗਾ, ਸ਼ਾਂਤੀ ਆਵੇਗੀ। ਆਵੇਂ ਹੈ ਦ੍ਰਿਸ਼ਟ। ਤੇ ਕਈ ਵਾਰ ਕੋਈ ਕਠੋਰ ਅੱਖਾਂ ਨਾਲ ਵੇਖਦਾ ਹੈ, ਗਲਤ ਨਜ਼ਰ ਨਾਲ ਵੇਖਦਾ ਹੈ, ਤੇ ਮਨ ਨੇ ਤੜਫਣਾ ਸ਼ੁਰੂ ਕਰ ਦੇਣਾ, ਬੇਚੈਨੀ ਸ਼ੁਰੂ ਹੋ ਜਾਣੀ ਹੈ। ਉਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਦ੍ਰਿਸ਼ਟੀ ਅਸੀਂ ਤਾਂ ਬਣਾਉਨੇ ਆ ਦ੍ਰਿਸ਼ਟੀ। ਕਿਸੇ ਕੰਨੀ ਕ੍ਰੋਧਿਤ ਹੋਣਾ ਹੋਵੇ, ਕ੍ਰੋਧੀ ਅੱਖਾਂ ਬਣਾਉਣੀਆਂ ਹੋਵੇ, ਤਾਂ ਕਿਸੇ ਕੰਨੀ ਨਰਮਾਈ ਤੇ ਪਿਆਰ ਨਾਲ ਦੇਖਣਾ ਹੋਵੇ, ਤਬਦੀਲੀ ਹੈ ਸਾਡੇ ਵਿੱਚ। ਪਰ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਤਬਦੀਲ ਨਹੀਂ ਕਰਨੀਆਂ ਪੈਣੀਆਂ ਅੱਖਾਂ, ਕਿਉਂਕਿ ਅੱਖਾਂ ਵਿੱਚ ਸਦਾ ਹੀ ਅੰਮ੍ਰਿਤ ਵਸਦਾ ਹੈ। ਉਹਨਾਂ ਦੀ ਦ੍ਰਿਸ਼ਟੀ ਹੀ ਅੰਮ੍ਰਿਤ ਰੂਪ ਹੋ ਗਈ ਹੈ। ਉਹਨਾਂ ਦੇ ਬੋਲ, ਸਤਿਗੁਰਾਂ ਦੇ ਬੋਲਾਂ ਬਾਬਤ ਲਿਖਿਆ ਨਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰ। ਤੇ ਕੈਸੇ ਬੋਲਣ ਵਾਲੇ? ਮਿੱਠਾ ਤਾਂ ਆਪਾਂ ਵੀ ਬੋਲ ਲੈਂਦੇ ਆ, ਪਰ ਕਦੇ ਕਦੇ ਜਦੇ 2 ਮਿੰਟ ਬਾਅਦ ਫੇਰ ਕੁੜਤਣ ਆ ਜਾਣੀ ਹੈ। ਪਰ ਸਾਡੇ ਸਤਿਗੁਰ ਕੈਸੇ ਨੇ? ਉਹਨਾਂ ਬਾਬਤ ਕੈਸੀ ਗਰੰਟੀ ਦਿੱਤੀ ਹੈ ਸਾਨੂੰ? ਉਹ ਕਦੇ ਨਾ ਬੋਲੇ ਕੌੜਾ। ਇੱਥੇ ਆਨੰਦ ਹੈ ਮਿੱਠਾ ਬੋਲਣ ਦਾ ਗੁਰਸਿੱਖ ਪਿਆਰਿਓ। ਅਧਪਾ ਬਰਫੀ ਖਾ ਲਈ, ਵਿੱਚ ਗੁਲਾਬ ਜਾਮਣਾ ਖਾ ਲਈਆਂ, ਤੇ ਚੁਟਕੀ ਮਿਰਚਾਂ ਦੀ ਪਾ ਲੋ, ਵਿੱਚੇ ਨਸ਼ਟ ਹੋ ਗਈਆਂ ਗੁਲਾਬ ਜਾਮਣਾ। ਕਿੱਥੇ ਉੱਥੇ ਬਰਫੀ ਨੇ ਰਹਿਣਾ ਮੂੰਹ ਚ। ਇਹੀ ਗੱਲ ਆ ਸਾਡੀ ਹੈ, ਥੋੜੀ ਬਹੁਤੀ ਮਿੱਠੀ ਬਾਣੀ ਬੋਲਦੇ ਆ, ਪਰ ਕੌੜੇ ਬਚਨ, ਫਿੱਕੇ ਬਚਨ। ਨਾਲੇ ਗੁਰਸਿੱਖ ਪਿਆਰਿਓ, ਘਰਾਂ ਵਿੱਚ ਬਹੁਤ ਵਾਰ ਹੋ ਜਾਂਦਾ ਤਕਰਾਰ, ਗ੍ਰਸਤ ਵਿੱਚ ਹੋ ਜਾਂਦਾ, ਜਿੱਥੇ 2 ਭਾਂਡੇ ਨੇ, ਕੋਈ ਗਲਤੀ ਵੀ ਹੋਣੀ ਹੈ, ਖੜਕਾ ਦੜਕਾ ਵੀ ਹੁੰਦਾ ਰਹਿੰਦਾ। ਪਰ ਗੱਲ ਤਾਂ ਇੱਕੋ ਹੈ, ਜਿੱਦਣ ਘਰ ਵਾਲੀ ਤੋਂ ਮਿਰਚਾਂ ਜ਼ਿਆਦੇ ਪੈ ਜਾਣ ਨਾ, ਦਾਲ ਵਿੱਚ, ਸਾਗ ਵਿੱਚ ਜ਼ਿਆਦੇ ਪੈ ਜਾਣ, ਤੇ ਤਰੀਕਾ ਤਾਂ ਇੱਕੋ ਹੈ ਭਾਈ, ਉਹਨੂੰ ਕਹਿ ਦੋ ਵੀ ਗੁੜ ਦੀ ਰੋੜੀ ਲਿਆ ਦੇ, ਖੰਡ ਦਾ ਚਮਚਾ ਲਿਆ ਦੇ, ਤਾਂ ਹੀ ਹਟਣਗੇ ਨਾ। ਆਪਾਂ ਇਹ ਕੰਮ ਕਿੱਥੇ ਕਰਨੇ? ਉਹ ਤੇ ਲਾਲ ਪੈ ਗਈਆਂ, ਆਪਾਂ ਨੇ ਭੂਰੀਆਂ ਪਾ ਦੇਣੀਆਂ। ਅੱਜ ਕੋ ਸਤਨਾਮ, ਆਪਾਂ ਹਟਾਵਾਂਗੇ ਕਿੱਥੇ? ਉਹ ਤੇ ਤਾਂ ਲਾਲ ਪਈਆਂ, ਆਪਾਂ ਨੇ ਭੂਰੀਆਂ ਉਹ ਤੋਂ ਵੀ ਜ਼ਿਆਦਾ ਕੌੜੀ ਰਸਨਾ ਤੋਂ ਬੋਲ ਦੇਣਾ। ਕਿੱਥੇ ਫੇਰ ਮਿੱਠਾ ਰਹੇਗਾ? ਸਤਿਗੁਰਾਂ ਦੇ ਬਚਨ, ਸਤਿਗੁਰਾਂ ਦੀ ਦ੍ਰਿਸ਼ਟੀ, ਬਚਨ ਵਿੱਚ ਵੀ ਅੰਮ੍ਰਿਤ। ਉਹ ਕਦੇ ਨਾ ਬੋਲੇ ਕੌੜਾ, ਕਦੇ ਕੌੜਾ ਬਚਨ ਬੋਲਣਾ ਹੀ ਨਹੀਂ, ਕਦੇ ਕੌੜਾ ਕਿਸੇ ਵੱਲ ਵੇਖਣਾ ਹੀ ਨਹੀਂ। ਫਿਰ ਜਿਹਦੇ ਵੱਲ ਵੇਖਣਗੇ ਉਹਦੀ ਸ਼ਾਂਤੀ, ਉਹ ਸ਼ਾਂਤੀ ਆਵੇਗੀ। ਜਿਹਨੂੰ ਮਿੱਠੇ ਬਚਨ ਬੋਲਣਗੇ, ਕੌੜਾ ਕਦੇ ਬੋਲਣਾ ਹੀ ਨਹੀਂ, ਉਹ ਜਾਣਦੇ ਹੀ ਨਹੀਂ ਕੌੜਾ ਬੋਲਣਾ। ਤੇ ਫਿਰ ਜਿਹਨੂੰ ਅਸੀਂ ਮਿੱਠਾ ਬਚਨ ਬੋਲੀਏ, 1 2 4 ਵਾਰ ਬੋਲੋ। ਜੇ ਇੱਕ ਵਾਰ ਨਹੀਂ ਸ਼ਾਂਤੀ ਚ ਆਇਆ, ਇੱਕ ਟੀਕੇ ਨਾਲ ਨਹੀਂ ਠੀਕ ਹੋਇਆ, ਦੂਜਾ ਲਾ ਦੋ। ਦੁਬਾਰਾ ਮਿੱਠੇ ਬੋਲਣ ਬੁਲਾ ਲੋ, ਦੂਜੇ ਨਾਲ ਨਹੀਂ ਹੋਇਆ, ਤੀਜੀ ਵਾਰ ਮਿੱਠੇ ਬੋਲਣ ਬੁਲਾ ਲੋ। ਤੇ ਸਾਧ ਸੰਗਤ ਇੱਕ ਵਾਰ ਉਹਨੂੰ ਫੇਰ ਨਿਭਣਾ ਹੀ ਪਵੇਗਾ। ਇਹ ਸਤਿਗੁਰਾਂ ਦੀ ਬਖਸ਼ਿਸ਼ ਹੈ। ਭੱਟ ਸਾਹਿਬ ਬਚਨ ਕਰਦੇ ਨੇ, ਆਪਣੇ ਬਚਨਾਂ ਦੁਆਰਾ, ਆਪਣੀ ਦ੍ਰਿਸ਼ਟੀ ਦੁਆਰਾ। ਫਿਰ ਪੜਿਓ ਜੀ। ਅਮਿਓ ਦ੍ਰਿਸ਼ਟ ਸੁਭ ਕਰੈ ਹਰੈ, ਅਮਿਓ ਦ੍ਰਿਸ਼ਟ ਸੁਭ ਕਰੇ। ਜਿਹਦੇ ਉੱਤੇ ਅੰਮ੍ਰਿਤ ਰੂਪੀ ਦ੍ਰਿਸ਼ਟੀ ਸਤਿਗੁਰਾਂ ਦੀ ਪੈ ਜਾਂਦੀ ਹੈ, ਉਹ ਸ਼ੁਭ, ਸੋਹਣਾ, ਆਨੰਦਮਈ, ਪ੍ਰਫੁੱਲਤ, ਪ੍ਰਸੰਨ। ਸ਼ੁਭ ਤੇ ਅਸ਼ੁਭ 2 ਬਚਨ ਨੇ। ਉਹਨਾਂ ਨੂੰ ਸ਼ਾਂਤੀ ਮਿਲ ਜਾਂਦੀ ਹੈ। ਅਸ਼ੁਭ ਔਗਣ, ਕਾਮ, ਕ੍ਰੋਧ, ਲੋਭ, ਮੋਹ, ਵਿਕਾਰ ਨੇੜੇ ਨਹੀਂ ਰਹਿੰਦੇ। ਹਰੇ ਅਗ ਸਕਲ, ਜਿਤਨੇ ਵੀ ਖੋਟੇ ਪਾਪਾਂ ਦੀ ਮੈਲ ਸਾਨੂੰ ਲੱਗੀ ਹੈ, ਸਤਿਗੁਰਾਂ ਦੀ ਦ੍ਰਿਸ਼ਟੀ ਹੈ, ਉਹ ਦ੍ਰਿਸ਼ਟੀ ਹੀ ਧੋ ਦਿੰਦੀ ਹੈ। ਅਗ ਪਾਪ ਸਗਲ ਮਲ, ਸਾਰੇ ਪਾਪਾਂ ਦੀ ਮੈਲ ਕੋਈ ਥੋੜੀ ਨਹੀਂ ਲੱਗੀ ਵੀ ਕਿਤੇ ਉੱਪਰ ਸ਼ੈਂਪੂ ਸ਼ੈਂਪੂ ਮਲ ਕੇ ਨਾ ਕਿ ਉਹ ਸਾਫ਼ ਹੋਈ ਫਿਰਦੇ ਅਸੀਂ।
साबण सुबण ला ले, सेंट परफ्यूम छिड़क लिया, कपड़े धोते पा ले, सुंदर मकाना विच नहीं गुरसिख प्यारे हो जन्म जन्म की इस मन को मल लागी। ये शरीर तो उन्हें देखना ही नहीं, ते पंज तत्त इथों ही पैदा होए, इत्थे मिट्टी विच रल जाने। जेड़ी चीज वाहिगुरु ने वेखनी है वो अंदर है, अंदरों ही वेख रहे। थोड़े बाहर तो नहीं चिमड़िया हुआ किते, वो तो अंतर बैठा है। घट घट के अंतर की जानत, अंतर दी अंदर दी क्यों जानदा बई? क्योंकि बैठा ही अंदर है। हुण तुहाडे मेहमान आउणे, सज्जन मित्र आउणे हैं, वो तुहाडी कोठी वेखणगे, कार वेखणगे, बड़ा रंग रोगन होया वै, कपड़े छपड़े वेख लेणगे, तुहाडे गहणे पाए वे वेख लेणगे, पर तुहाडे मन नूं तां नहीं देख सकदे कि इहदे मन विच की है। असी बाहरों वेख सकते हैं, असी बाहर रहे, साड़ी दृष्टि बाहर नूं जा रही है ना। वेखो अपनी अखां बाहर नूं जा रही है ना दृष्टि, वो बैठा है अंदर। ते जेड़ा तुहाडे घर दे अंदरे बैठा रहे ना, ओनू तां पता होगा भी मुंदी किथे पई है, दी घड़ी किथे पई है, दा पर्स किथे है, क्योंकि बैठा ही अंदर है। वो सब कुछ जानूंगा। घट घट के अंतर की जानत, अंतर की क्यों जानता है? वो बाहर नहीं है, वो बैठा ही तेरे अंदर है। वो सब कुछ वेख रहे। ते सतगुर पातशाह जी दृष्टि ऐसी है, ते गुरसिख प्यारे जन्म जन्म की इस मन को मल लागी। काला हुआ शिया बाहरों था सिपाही, बाहरों धोती तूंबड़ी, अंदर विस निकोर शरीर रूपी तूंबड़ी तू बाहरों धोंदा फिरदा तीरथां ते साबण दे नाल। अंदर मन दे भी तां जहर है इकट्ठी होई होई, वो तां गरल नाश नाश करन वाली विकारां दी विषयां दी जहर इकट्ठी होई होई है। ओदी अवस्था जे साफ करनी है, जे ओनू शुद्ध करने, तां फिर गुरु महाराज दी दृष्टि, दृष्टि की है, दृष्टि ने की काम करने। जद ओदी दृष्टि हो जावे सवली, तू शुभ कर्म करन लग जावेंगा। शुभ आया ना, अमै दृष्ट शुभ करे, की करूंगा शुभ? तेरे कुकर्म नाश हो जाने, तेरे अशुभ कम जेड़े तू करदा फिरदा खोटे, उन्हां तो हट जाने। जद ओदी दृष्टि होगी, ओदी दृष्टि ने मैल किवें दूर करनी है? वो दूर करन दी तां लोड़ होवेगी जे मैल होवेगी, होणीओ नहीं। उन्हें तेरे कर्म शुद्ध कर देने, तेरा बोलना शुद्ध कर देने, तेरा देखना शुद्ध कर देने। ते जे उदी कृपा दृष्टि ना होवे ते फिर उन्हें कार तोरो थोड़ो खोनी है, तेरी पुत्र धी थोड़ो खोने तेरे। तो साडी प्रारब्ध है शरीर दी, अवश्यमेव भुगतव्य कर्म करी कृतवं। ये तो शरीर ने जेड़े प्रारब्ध है वशमेव भुगतनी पैनी है सानू। जिहो जे कर्म जे वे कर्म कमाम दे ते वे फल ते, वो तो जिहा बीओ ते फल करनी है। पर वाहिगुरु ने जे किते करोपी दी दृष्टि तेरे ते करनी है, होर नहीं ते तो कुछ भी खोना। जिसनो आप खोआए करता खुश लवे चंगियाई। बस तेरे चंगे गुण खो लेने उन्हें, तैथों चंगा कम होना ही नहीं फिर, क्योंकि ओदी दृष्टि नहीं ना रही। इत्थे भी हुंदे आ नौकर सेवक रखे वे, अमीरां दे, राजियां दे, हलकारां दे, जिन्हां उत्ते पूरी दृष्टि हुंदी है ना प्यार दी, कृपा दी, उन्हां नूं ऐन नजदीक दी सेवा मिलदी है। जिन्हां उत्ते दृष्टि नहीं रहिंदी बेचारे बाहर भांडे धोंदे रहने अज के को सतनाम, वो नेड़े नहीं मालक दे आ सकते। सेवा तो करनगे पर परे ही परे, झूठा ही साफ कर दिया रहणगे, भांडे ही मांजदे रहणगे। पर जेड़े आंदे उत्ते दृष्टि हुंदी है मालक दी, वो नेड़े आ जांदे ने। उन्हां नूं चंगी तो चंगी सेवा, चंगे तो चंगा कम, वो सतगुर महाराज दी जेड़ी आमै दृष्ट शुभ करे। की शुभ करे? जद ओदी अमृत रूपी दृष्टि तेरे ते पैगी, तू शुभ कर्म करेगा, तेरे कर्म शुभ हो जाने। बस कर्म शुभ होने लगे ते मैल लगन तो हट गई। फिर मैल पैणियों किथे? हरे अग सकल पाप मल,
ਤੇ ਜਦੋਂ ਗੁਰਸਿੱਖ ਪਿਆਰੇ ਉਹ ਕਿਰਪਾ ਦ੍ਰਿਸ਼ਟੀ ਹੋ ਗਈ ਤੇ ਜਿਹੜੀ ਪਹਿਲੀ ਵੀ ਮੈਲ ਜਿਹਦੇ ਉੱਤੇ ਰਾਜਿਆਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਸੀ, ਵਜ਼ੀਰਾਂ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ, ਉਹਦੇ ਦੋਏ ਪੱਖ, ਜਿਹੜਾ ਪਿਛਲੀ ਗਰੀਬੀ ਹੁੰਦੀ ਹੈ ਨਾ, ਕਰਜ਼ਾ ਚੜਿਆ, ਉਹ ਵੀ ਉਤਰ ਜਾਂਦਾ ਹੈ ਤੇ ਆਉਣ ਵਾਲੇ ਸਮੇਂ ਬੈਂਕ ਵਿੱਚ ਜਮਾ ਹੋ ਜਾਂਦੇ ਆ। ਅੱਜ ਖੇ ਆਖੋ ਸਤਨਾਮ ਜੀ ਤੇ ਕਿਰਪਾ ਹੋ ਜਾਵੇ, ਪਿਛਲੇ ਵੀ ਕਰਜ਼ੇ ਤਾਰ ਦਿੰਦੇ ਤੇ ਗਾਂ ਨੂੰ ਵੀ ਉਹਨੂੰ ਅਮੀਰ ਬਣਾ ਦਿੰਦੇ ਆ। ਇਸ ਤਰ੍ਹਾਂ ਹੀ ਸਤਿਗੁਰਾਂ ਦੀ ਜਿਨ੍ਹਾਂ ਉੱਤੇ ਕਿਰਪਾ ਦ੍ਰਿਸ਼ਟੀ ਹੋ ਜਾਵੇ, ਉਹਨਾਂ ਦੇ ਪਿਛਲੇ ਕਰਜ਼ੇ ਵੀ ਜਿਹੜੇ ਪਾਪਾਂ ਦੇ ਚੜੇ ਹੋਏ ਨੇ, ਜਨਮ ਜਨਮ ਕੀ ਸਮਨ ਕੋ ਮਲ ਲਾਗੀ, ਉਹ ਵੀ ਸਾਫ ਜੋ ਕਾਲਾ ਹੋਇਆ ਪਿਆ ਤੇ ਗਾਹਾਂ ਨੂੰ ਸ਼ੁਭ ਕਰੇ ਤੇ ਗਾਹਾਂ ਨੂੰ ਵੀ ਸੁੰਦਰ ਪ੍ਰਫੁੱਲਤ ਮੌਲਿਆ ਹੋਇਆ ਜੀਵਨ ਸ਼ੁਭ ਕਰਮ ਕਰਨ ਲੱਗ ਜਾਂਦੇ ਹਨ, ਜਿਨ੍ਹਾਂ ਉੱਤੇ ਸਤਿਗੁਰਾਂ ਦੀ ਮਿਹਰ ਦੀ ਦ੍ਰਿਸ਼ਟੀ ਹੁੰਦੀ ਹੈ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਉਹ ਤੇਰੇ ਪਾਪ ਮੈਲ ਕਿਉਂ ਹਟਣੀ ਹੈ? ਸ਼ੁਭ ਕਰਮ ਕਦੋਂ ਕਰਨੇ? ਅਸ਼ੁਭ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਅਸ਼ੁਭ ਕਰਮ ਨੇ। ਕੰਮ ਹੀ ਪੁਰਸ਼ ਕਦੇ ਚੰਗਾ ਕੰਮ ਕਰ ਸਕਦਾ? ਗੁਰਸਿੱਖ ਪਿਆਰੇ, ਦੁੱਖ ਨਾ ਮਨਾਇਓ, ਆਪਾਂ ਧੀਆਂ ਭੈਣਾਂ ਵਾਲੇ ਬੈਠੇ ਹੈ, ਕੰਮ ਵਾਸ਼ਨਾ ਆ ਗਈ, ਕਿਸੇ ਧੀ ਭੈਣ ਦੀ ਇੱਜ਼ਤ ਕਦ ਉਹਦੇ ਮਨ ਵਿੱਚ ਆਵੇਗੀ? ਉਹ ਤਾਂ ਹਰ ਇੱਕ ਜਿਹਨੂੰ ਵੇਖੇਗਾ ਵਿਕਾਰੀਓ ਵੇਖੇਗਾ, ਜਿਹਨੂੰ ਵੇਖੇਗਾ ਉਗਣ ਵਾਲਾ ਹੀ ਵੇਖੂਗਾ। ਤੇ ਕਾਮ ਕ੍ਰੋਧ ਤੇ ਕ੍ਰੋਧ ਦੀ ਬਿਰਤੀ ਜਿਹਦੀ ਬਣ ਗਈ, ਆਪਣੇ ਨਾਲ ਵਾਪਰਦੀਆਂ ਨੇ ਗੱਲਾਂ। ਕ੍ਰੋਧ ਐਸਾ ਚੰਡਾਲ ਹੈ ਕਿ ਕਲ ਮੂਲ ਕ੍ਰੋਧਾ, ਹਰੇਕ ਲੜਾਈ ਦਾ ਮੂਲ ਸੰਸਕ੍ਰਿਤ ਵਿੱਚ ਲਿਖਦੇ ਨੇ ਪੰਚਮ ਪਾਤਸ਼ਾਹ, ਹਰੇਕ ਲੜਾਈ ਦੀ ਜੜ ਕੀ ਹੈ? ਕ੍ਰੋਧ। ਲੈ ਜੇ ਕ੍ਰੋਧ ਨਾ ਆਵੇ, ਲੜਾਈ ਹੋਵੇ ਹੀ ਨਾ। ਅੱਜ ਕੇ ਆਖੋ ਸਤਨਾਮ, ਬੀਜ ਹੈ ਲੜਾਈ ਦਾ, ਬੀਜ ਹੈ ਕ੍ਰੋਧ, ਤੇ ਪਾਪ ਦਾ ਬੀਜ ਹੈ ਲੋਭ। ਲੋਭ ਪਾਪ ਕਾ ਮੂਲ ਹੈ। ਜਿੱਥੇ ਲੋਭ ਆ ਗਿਆ ਸਮਝੋ ਪਾਪ ਦਾ ਬੀਜ ਪੈ ਗਿਆ, ਤੇ ਜਿੱਥੇ ਕ੍ਰੋਧ ਆ ਗਿਆ ਸਮਝੋ ਝਗੜੇ ਦਾ ਬੀਜ ਪੈ ਗਿਆ। ਨੀਂਹ ਰੱਖੋਗੀ ਝਗੜੇ ਦੀ। ਉਹ ਜਿਹੜਾ ਕ੍ਰੋਧ ਦੀ ਬਿਰਤੀ ਹੈ, ਇਹ ਦੁਸ਼ਮਣਾਂ ਨਾਲੇ ਨਹੀਂ, ਇਹ ਪਰਾਇਆਂ ਨਾਲੇ ਨਹੀਂ ਝਗੜਾ ਕਰਦਾ। ਕ੍ਰੋਧ ਜਦੋਂ ਆ ਗਿਆ ਮਾਤਾ ਪਿਤਾ ਨੂੰ ਵੀ ਬੁਰਾ ਬੋਲ ਜਾਂਦਾ ਹੈ। ਅੱਜ ਕੇ ਆਖੋ ਸਤ, ਹੋਰ ਦੀ ਤਾਂ ਗੱਲੇ ਛੱਡੋ, ਜਿਨ੍ਹਾਂ ਨੇ ਜਨਮ ਦਿੱਤਾ ਹੈ, ਪਾਲਿਆ, ਜਿਨ੍ਹਾਂ ਦੀ ਕੁਰਬਾਨੀ ਬਹੁਤ ਵੱਡੀ ਹੈ, ਕ੍ਰੋਧ ਉਹਨਾਂ ਨੂੰ ਵੀ ਨਹੀਂ ਦੇਖਦਾ। ਇਹ ਉਹਨਾਂ ਤੇ ਵੀ ਭਾਰੂ ਹੋ ਜਾਂਦੇ। ਇਹ ਨੇ ਜਿਹੜੇ ਸਾਡੇ ਅੰਦਰ ਮਹਿਲ ਲਾਉਨੇ ਤੇ ਲੋਭ। ਬਸ ਜਿੱਥੇ ਬੈਠੇ ਆ ਇੱਥੇ ਦੀ ਉਹ ਗੱਲ ਕਰ ਲੋ। ਜੇ ਲੋਭ ਤੇਰੇ ਤੇ ਭਾਰੂ ਹੋ ਗਿਆ ਤਾਂ ਥਾਂ ਕਥਾਂ ਨਾ ਜਾਣੀ, ਮੂਰਖ ਆਪਣੇ ਸਵਾਏ। ਜਿੱਥੇ ਸਵਾਰਥੇ ਮੂਹਰੇ ਆ ਗਿਆ ਕਿ ਮੇਰਾ ਫਾਇਦਾ ਹੋ ਜਾਵੇ, ਮੇਰੇ ਕੋਲ ਵਸਤੂ ਆ ਜਾਵੇ, ਜਿੱਥੇ ਲੋਭ ਆ ਗਿਆ ਬਾ ਫਿਰ ਉਹ ਮੰਦਿਰ ਤੇ ਗੁਰਦੁਆਰੇ ਦੀ ਗੋਲਕ ਨੂੰ ਵੀ ਨਹੀਂ ਬਖਸ਼ੂਗਾ। ਆਖੋ ਸਤਨਾਮ, ਤੁਹਾਡੇ ਸਾਹਮਣੇ ਹੀ ਹੈ ਗੱਲਾਂ। ਇਹ ਲੋਭ ਦੀ ਬਿਰਤੀ, ਉਹਨੇ ਨਹੀਂ ਵੇਖਣਾ ਫਿਰ ਇੱਥੋਂ ਚੀਜ਼ ਚੱਕਾਂ ਕਿ ਨਾ ਚੱਕਾਂ। ਥਾਂ ਕਥਾਂ, ਜਦੋਂ ਲੋਭ ਤੇਰੇ ਤੇ ਭਾਰੂ ਹੋ ਗਿਆ ਤੇ ਥਾਂ ਵੇਖਣਾ ਹੀ ਨਹੀਂ ਹੈ ਕੰਮ ਕਰਨ ਜੋਗਾ ਹੈ ਕਿ ਨਹੀਂ। ਇੱਥੇ ਤਾਂ ਲਿਆ ਕੇ ਤਿਲ ਫੁੱਲ ਰੱਖੀਦਾ, ਇੱਥੇ ਤਾਂ ਦਸਵੰਧ ਕੱਢਣੇ, ਪਰ ਇੱਥੇ ਵੇਖ ਲਓ, ਇੱਥੇ ਵੀ ਸੁਣਿਆ ਮੈਂ, ਕਹਿੰਦੇ ਕਈ ਬੀਬੀਆਂ ਦੇ ਪਰਸੇ ਖਾਲੀ ਕਰਕੇ ਰੱਖ ਜਾਂਦੇ ਆ। ਅੱਜ ਕੇ ਆਖੋ ਸਤਨਾਮ, ਭਲੇ ਮਾਨਸ ਜਿਹੜੇ ਖਾਲੀ ਤਾਂ ਰੱਖ ਜਾਂਦੇ ਵੀ ਫੇਰ ਵਰਤ ਲੂਗੀ ਭੈਣ। ਗੁਰਦੁਆਰੇ ਮੰਦਿਰਾਂ ਵਿੱਚ ਤੇ ਤੀਰਥਾਂ ਤੇ ਹਰਿਦੁਆਰ ਇਲਾਹਾਬਾਦ ਜਾਓ, ਸਭ ਤੋਂ ਵੱਧ ਜੇਬ ਕੱਟੇ ਤੁਹਾਨੂੰ ਤੀਰਥਾਂ ਤੇ ਮਿਲਣਗੇ, ਹੋਰ ਤਾਂ ਘੱਟ। ਤੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਨੇ ਤਾਂ ਫਿਰ ਮੋਹਰ ਲਾਤੀ। ਸੱਤਾਂ ਪੁਰੀਆਂ ਵਿੱਚੋਂ ਪਵਿੱਤਰ ਪੁਰੀ ਹੈ ਸ਼ਿਵ ਜੀ ਦਾ ਵਸਾਇਆ ਹੋਇਆ ਸ਼ਹਿਰ ਵਾਰਾਣਸੀ, ਵਾਰਾਣਸੀ ਜਿਹਨੂੰ ਆਪਾਂ ਬਨਾਰਸ ਕਹਿੰਦੇ, ਯੂਪੀ ਦਾ ਬਹੁਤ ਵੱਡਾ ਪਵਿੱਤਰ ਸਥਾਨ, ਜਿੱਥੇ ਸਤਿਗੁਰਾਂ ਨੇ ਚਰਨ ਪਾ ਕੇ ਪਖੰਡ ਖੰਡੇ ਤੇ ਸੱਚ ਧਰਮ ਦਾ ਮਾਰਗ ਚਲਾਇਆ। ਸਤਿਗੁਰ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਉੱਥੇ ਗਏ, ਗੁਰੂ ਤੇਗ ਬਹਾਦਰ ਜੀ ਉੱਥੇ ਗਏ। ਬਨਾਰਸ ਕਿਤੇ ਥੋੜਾ ਪਵਿੱਤਰ ਸਥਾਨ ਨਹੀਂ,
ਉੱਥੇ ਹੀ ਭਗਤ ਕਬੀਰ ਜੀ, ਉੱਥੇ ਹੀ ਭਗਤ ਰਵਿਦਾਸ ਜੀ, ਉੱਥੇ ਹੀ ਭਗਤ ਰਾਮਾਨੰਦ ਇਹਨਾਂ ਦਾ ਗੁਰੂ। ਐਡੀ ਵੱਡੀ ਪਵਿੱਤਰ ਧਰਤੀ, ਐਡਾ ਵੱਡਾ ਪਵਿੱਤਰ ਤੀਰਥ, ਪਰ ਉੱਥੇ ਜਿੱਡਾ ਵੱਡਾ ਤੀਰਥ ਹੈ ਉਹਨੂੰ ਡਿਗਰੀ ਦੇ ਦਿੱਤੀ ਗੁਰੂ ਗ੍ਰੰਥ ਸਾਹਿਬ ਨੇ। ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਹਿੰਦੁਸਤਾਨ ਵਿੱਚ ਜੇ ਸਭ ਤੋਂ ਵੱਡਾ ਠੱਗ ਲੱਭਣਾ ਹੋਵੇ ਤਾਂ ਬਨਾਰਸ ਚਲੇ ਜਾਓ। ਆਖੋ ਸਤਨਾਮ। ਸਭ ਤੋਂ ਵੱਡਾ ਠੱਗ ਬਨਾਰਸ, ਕਿਉਂਕਿ ਸਭ ਤੋਂ ਵੱਡਾ ਤੀਰਥ ਹੈ। ਇਹ ਲੋਭ ਦੀ ਕਿਰਿਆ ਹੈ। ਉਹਨਾਂ ਨੇ ਥੋੜੋ ਦੇਖਣਾ ਇੱਥੇ ਗੰਗਾ ਵਗਦੀ ਹੈ, ਇੱਥੇ ਜਮਨਾ ਵਗਦੀ ਹੈ, ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਗੁਰੂ ਕਾ ਬਾਗ ਹੈ। ਉਹ ਲੋਭ ਦੀ ਬਿਰਤੀ ਨਹੀਂ ਨੇ ਵੇਖਣਾ। ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਬੜੀ ਸੰਗਤ ਹੈ ਬਨਾਰਸ ਦੇ ਵਿੱਚ, ਉਹ ਲੋਭੀ ਵੇਖੂਗਾ। ਕਬੀਰ ਚੌਰਾਹਾ ਹੈ, ਕਬੀਰ ਸਾਹਿਬ ਦਾ ਜਿਹੜਾ ਸਥਾਨ ਹੈ ਬਨਾਰਸ ਵਿੱਚ, ਉਹਦਾ ਨਾਮ ਹੈ ਕਬੀਰ ਚੌਰਾਹਾ, ਜਿੱਥੇ ਸਥਾਨ ਹੈ ਬਹੁਤ ਵੱਡਾ ਭਗਤ ਕਬੀਰ ਜੀ ਦਾ, ਰਵਿਦਾਸ ਜੀ ਦਾ ਉੱਥੇ ਸਥਾਨ, ਰਾਮਾਨੰਦ ਜੀ ਦਾ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਸਥਾਨ, ਜਿੱਥੇ ਭਾਈ ਗੁਰਦਾਸ ਜੀ 5 ਪਿਆਰੇ ਭੇਜੇ ਵਿਦਿਆ ਪੜਨ ਵਾਸਤੇ, ਉਹਨਾਂ ਦੀ ਜਗ੍ਹਾ ਬਣੀ ਵੀ ਹੈ ਬਨਾਰਸ। ਕਦੇ ਵੇਖਿਆ ਕਰੋ ਜਾ ਕੇ ਸਥਾਨ ਜਿੱਥੇ ਉਹ ਗੁਰੂ ਦੇ ਪਿਆਰੇ ਕਾਂਸ਼ੀ ਤੋਂ ਭੇਜੇ ਹੋਏ ਦਮਦਮੇ ਸਾਹਿਬ ਤੋਂ ਰਹਿ ਕੇ ਵਿਦਿਆ ਪੜ੍ਹਦੇ ਹੁੰਦੇ ਸੀ। ਉਹ ਵੀ ਜਗ੍ਹਾ ਬਨਾਰਸ ਵਿੱਚ ਹੈ, ਜਿੱਥੋਂ ਆ ਸਾਨੂੰ ਵਿਦਿਆ ਨਿਰਮਲੇ ਮਹਾਂਪੁਰਸ਼ਾਂ ਨੂੰ ਮਿਲੀ, ਗੁਰਬਾਣੀ ਦੀ, ਗੁਰ ਇਤਿਹਾਸ ਦੀ, ਗੁਰਮਤ ਦੀ ਵਿਦਿਆ, ਉਹ ਵੀ ਜੁਦਾ ਬਨਾਰਸ ਵਿੱਚ ਹੈ। ਪਰ ਮੇਰੇ ਸਤਿਗੁਰ ਕਹਿੰਦੇ ਜਿੱਡਾ ਵੱਡਾ ਤੀਰਥ ਹੈ ਉੱਥੇ ਠੱਗ ਵੀ ਐਸੇ ਰਹਿੰਦੇ ਨੇ, ਤੇ ਰਹਿੰਦੇ ਵੀ ਸੰਤਾਂ ਦੇ ਰੂਪ ਵਿੱਚ, ਧਾਰਮਿਕ ਆਗੂ। ਕਿਉਂਕਿ ਪੋਸ਼ਾਕ ਪਾ ਕੇ ਕੰਮ ਕਰਨਾ ਸਿਖਾਲਾ ਹੋ ਜਾਂਦਾ ਹੈ। ਅੱਜ ਕੇ ਆਖੋ ਸਤਨਾਮ। ਭਰੋਸਾ ਬਣ ਜਾਂਦਾ ਤੁਹਾਡਾ, ਜਿਵੇਂ ਨੌਕਰ ਤੇ ਬਣਿਆ ਹੁੰਦਾ। ਇਹ ਤਾਂ ਸਾਡਾ ਨੌਕਰ ਹੈ, ਕੀ ਕਰੂਗਾ? ਤਾਂ ਉਦੋਂ ਹੀ ਪਤਾ ਲੱਗਦਾ ਜਦੋਂ ਸੇਫ ਖਾਲੀ ਹੋ ਪਈ ਹੁੰਦੀ ਹੈ, ਭਰੋਸਾ ਬਣ ਜਾਂਦਾ ਹੈ। ਤੇ ਸਤਿਗੁਰ ਪਾਤਸ਼ਾਹ ਕਹਿੰਦੇ ਐਡੇ ਠੱਗ ਉਥੇ, ਐਸੇ ਸੰਤ ਨਮੋ ਕੋ ਭਾਵੇਂ ਡਾਲਾ ਸਿਉ ਪੇਡਾ ਗਟਕਾਵੇ। कैसे कैसे ठग ने उथे? डाला सिओ, डाला कहने भाई टाणियां नूं, डालियां होनियां ना दरखत दे टाणियां। सतगुरु कहंदे टाणियां ही नहीं खांदे, सने ही मुढ़ खा जाने। अज खे आखो सतनाम। डाला सिओ पेड़ा कहिए दरखत, वो टाणियां टाणियां खा लेन, बेचारा मुढ़ तां खड़ा रवे, फिर फुटे आउणगियां। पर ऐसे ठग बनारस विच कि दरखत नूं जड़ तो ही नहीं छड्डदे। ते ऐसे की बिरती है? लोभ दी, काम दी बिरती अंदर आ गई। कोई धी भैन दी इज्जत सांझी नहीं रहेगी। लोभ दी बिरती आ गई, कोई धर्म स्थान नहीं थानू दिखना, कोई भैन भरा नहीं दिखना, यदि चीज चकनी है कि नहीं चकनी, कोई थां कथा नहीं। क्रोध आ गया तो गुरसिख प्यारे दिखना ही नहीं कि मेरी मां है कि मेरा पिता है, कोई मैथों वड्डा है, इनू गलत शब्द क्यों आखा। वो क्रोध ने सोचने की शक्ति तेरी खत्म कर देनी है। क्रोध ते गुरमकाम, क्रोध, लोभ, मोह, मोह आ गया गुरसिख प्यारे। बस अपनिया चीजा रह जाने, गुआंढी दा घर भावें हट जावे मैनू की। ये बिरती देखो किन्नी ईर्खावादी है। ये मेरा पुत, ये मेरी कार, ये मेरा घर, ये मेरी खेती, गोडी दी उजड़ जावे ते मेरा डक्का ना हिले। गुरसिख प्यारे ऐसी बिरती फिर किथे पापे करूगी, बेकारे करूगी। मैं तो आप देखे है पंजाब च याद होना तुहाडे मेरे हाणदियां दे मुंडियां नूं, तो हुण पता नहीं कुड़ियां नूं। 5 किले मक्की खड़ी होगी बंदे जिड्डी जिड्डी, एक हाथ दियां नूं कुकड़ियां लगियां होणगियां, पर जेड़ियां घर नूं लियाउणियां ओ गुआंढी दियां तोड़ के लियाउणियां। अज खे आखो सतनाम। ओ ना अपने खेत विचों तोड़ लियां। देखो कैसी बिरती है। वो तेरे 5 किलो खड़े, 5 किले खड़े ने, विच नूं डंगर भी नहीं लगदे, इन्नी तकड़ी है। 4 टांडे बड़े नहीं ने, 10 किले एक खड़ा हुआ है पोने वर्गा, पर गन्ना गुआंढी दा पटना है, अपना नहीं पटना। ते ए बीज वेख लो कहे जा बीज हो गया। फिर इधर रिजल्ट जान दो की है, गुआंढी नूं भी पता है पे फलाना ही पट के ले गया, वो केड़ा फिर अपना पटूगा। अज खे आखो सतनाम। वो किते दाती अपने खिच बैरूगा। फिर पालो भाजी, जेहा बीओ तेहा फल खाया। जे आपां अपने खेत विचों वरतीए, गुआंढी नूं भी शर्म आऊगी।
ਇਹ ਆਪਣੇ ਚੂਪਦਾ, ਮੈਂ ਇਹਦੇ ਕਿਉਂ ਚੂਪਾਂ? ਦੇਖੋ ਕੈਸੀਆਂ ਬਿਰਤੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਹੰਕਾਰ ਦੀ ਤਾਂ ਗੱਲੇ ਛੱਡੋ। ਹੰਕਾਰ ਤਾਂ ਐਸੀ ਵਸਤੂ ਹੈ ਜਿਹਨੂੰ ਇੱਕੋ ਤੁਕ ਸੁਖਮਨੀ ਸਾਹਿਬ ਦੀ ਕਿਸੇ ਨਾ ਬਦੈ ਆਪ ਹੰਕਾਰੀ। ਜਿਹਨੂੰ ਆਪਣੇ ਆਪ ਦਾ ਮਾਣ ਹੋ ਜਾਵੇ ਨਾ ਵੀ ਮੈਂ ਹੈਗਾ, ਮੈਂ ਹੁਣ ਵਿਦਵਾਨ, ਮੇਰੀ ਕਥਾ ਬਹੁਤ ਸੋਹਣੀ, ਮੈਂ ਹੁਣ ਕੀਰਤਨੀਆ, ਮੇਰੇ ਰਾਗ ਬੜੇ ਸੋਹਣੇ, ਮੈਂ ਹੁਣ ਪਾਠੀ, ਮੇਰੇ ਵਰਗਾ ਪਾਠ ਨਹੀਂ ਕੋਈ ਕਰਦਾ, ਸਾਡੀ ਕਮੇਟੀ ਮੈਂ ਹੁਣ ਪ੍ਰਧਾਨ, ਮੇਰੇ ਵਰਗਾ ਇੰਤਜ਼ਾਮ ਨਹੀਂ ਕੋਈ ਕਰਦਾ, ਮੇਰੇ ਵਰਗਾ ਸਟੇਜ ਸੈਕਟਰੀ ਨਹੀਂ ਕੋਈ, ਮੇਰੀਆਂ ਭੈਣਾਂ ਬੈਠੀ, ਇਹਨਾਂ ਨੂੰ ਹੋਰੇ ਮਾਣ ਰਹਿੰਦਾ ਕਿ ਮੇਰੇ ਵਰਗੀ ਕੋਈ ਦਾਲ ਨਹੀਂ ਬਣਾ ਸਕਦਾ, ਮੇਰੇ ਵਰਗੀਆਂ ਭਿੰਡੀਆਂ ਕਿਤੇ ਤੈਥੋਂ ਬਣਦੀਆਂ। ਆ ਕਿਸੇ ਨਾ ਬਦੈ ਆਪ ਹੰਕਾਰੀ। ਇਹ ਆਪੇ ਦਾ ਹੰਕਾਰ ਕਰਨਾ। ਆ ਸੁਣ ਲੋ ਹੁਣ ਨਤੀਜਾ ਕੀ ਲੱਭਣਾ ਹੈ। ਕਿਤੇ ਫੁੱਲਾਂ ਦੇ ਹਾਰ ਨਹੀਂ ਪਹਿਣੇ ਗੱਲ ਕਰਕੇ, ਕਿਤੇ ਟਿੱਕੇ ਨਹੀਂ ਲੱਗਣੇ ਖੁਸ਼ੀ ਦੇ। ਧਰਮ ਰਾਏ ਤਿਸ ਕਰੇ ਖੁਆਰੀ। ਉਹ ਨਾ ਕਰ ਹੰਕਾਰ ਆਪਣੇ ਆਪ ਦਾ, ਆਪਣੇ ਗੁਣਾਂ ਦਾ। ਤੈਨੂੰ ਧਰਮਰਾਜ ਨੇ ਮਾਰਨਾ ਹੀ ਨਹੀਂ, ਮਾਰ ਦੇਣਾ ਬੜਾ ਸਖਾਲਾ ਹੁੰਦਾ, ਖੁਆਰ ਕਰਨਾ ਔਖਾ ਹੈ। ਜਿਉਂਦਾ ਵੀ ਰੱਖਣਾ ਤੇ ਖੁਆਰ ਕਰਨਾ, ਕਿਸੇ ਨੂੰ ਦੁਖੀ ਕਰੀ ਜਾਣਾ, ਇਹ ਬੜਾ ਖਤਰਨਾਕ ਸ਼ਬਦ ਹੈ। ਧਰਮ ਰਾਏ ਤਿਸ ਕਰੇ ਖੁਆਰੀ। ਖੁਆਰ, ਖੁਆਰੀ ਕਹੀਏ ਤੈਨੂੰ ਖੁਆਰ ਕਰਨਾ 84 ਲੱਖ ਜੂਨੀ ਮੰਦੀਆਂ ਜੂਨੀਆਂ ਵਿੱਚ ਪਾਉਣਾ। ਇਹ ਕਿੱਥੋਂ ਮਿਲਣੀ ਹੈ ਗੱਲ? ਕਿਸੇ ਨਾ ਬਦੈ ਆਪ ਹੰਕਾਰੀ। ਜਿਹਦੇ ਵਿੱਚ ਹੰਕਾਰ ਦਾ ਮਾਦਾ ਆ ਗਿਆ ਉਹਨੇ ਮੰਨਣਾ ਹੀ ਨਹੀਂ ਇੱਥੇ ਕੋਈ ਮੇਰੇ ਬਿਨਾ ਹੈ। ਇਹ ਤਾਂ ਕੰਮੇ ਮੇਰੇ ਨਾਲ ਚੱਲ ਰਹੇ, ਇਹ ਤਾਂ ਕਥਾ ਕੀਰਤਨ ਮੇਰੇ ਨਾਲ। ਸਾਨੂੰ ਵੀ ਹੈਗਾ, ਮੈਨੂੰ ਵੀ ਹੋਣਾ ਹੈ, ਸਾਡੇ ਲਾਣੇ ਨੂੰ ਕਿਤੇ ਘੱਟ ਹੈ, ਤੁਹਾਨੂੰ ਵੀ ਹੈਗਾ। ਹੁਣ ਮੈਨੂੰ ਰਾਤ ਨੂੰ ਨੀਂਦ ਥੋੜੋ ਆਉਣੀ ਹੈ। ਪਹਿਲਾਂ 5-7 ਵਾਰ ਸੋਚੂੰਗਾ, ਹਰਦੇਵ ਸਿਆ ਜੇ ਤੂੰ ਨਾ ਜੰਮਦਾ ਕਿਤੇ ਸਵਈਆਂ ਦੀ ਕਥਾ ਹੋਣੀ ਸੀ। ਅੱਜ ਖਿਆ ਕੋ ਸਤਨਾਮੇ ਤਾਂ ਤੂੰ ਲੂਲੋਂ ਵਿੱਚ ਜੰਮ ਪਿਆ ਤੇ ਤਾਂ ਸਵਈਆਂ ਦੀ ਕਥਾ ਕਿਉਂ ਨਰਕਾਂ ਦਾ ਭਾਗੀ ਬਣਦਾ। ਕਿਸੇ ਨਾ ਬਦੈ ਆਪ ਹੰਕਾਰੀ। ਧਰਮ ਰਾਏ ਤਿਸ। ਤੇ ਸਾਡੇ ਵਿੱਚ ਤਾਂ ਹੁਣ ਇਹੋ ਜਿਹੇ ਜੰਮੇ ਐ, ਇਹੋ ਜਿਹੇ ਹੰਕਾਰੀ ਜੰਮੇ ਐ ਜਿਹੜੇ ਕਹਿੰਦੇ ਬਾਣੀ ਵੀ ਬਾਣੀ ਨਹੀਂ ਹੈ, ਅਸੀਂ ਉਹ ਐ ਸਭ ਕੁਝ। ਤੇ ਸਾਡਾ ਹੰਕਾਰ ਬਸ ਥਰਮਾਮੀਟਰ ਚ ਨੰਬਰ ਹੀ ਨਹੀਂ ਰਹੇ, ਪੜਾਕੇ ਪੈਂਦੇ ਫਿਰਦੇ ਆ। ਮਿਣ ਨਹੀਂ ਸਕਦਾ ਸਾਡਾ ਹੰਕਾਰ। ਤੇ 4 ਅੱਖਰ ਆਏ ਤੇ ਬਾਣੀ ਤੇ ਹੀ ਨੁਕਤਾ ਚੀਨੀ ਕਰ ਦਿੱਤੀ, ਗੁਰਮਤ ਤੇ ਹੀ ਨੁਕਤਾ ਚੀਨੀ ਕਰਤੀ, ਆਪਣੇ ਗੁਰੂ ਤੇ ਹੀ। ਇਹ ਹੰਕਾਰ ਦਾ ਮਾਦਾ ਮੈਂ ਪੜ ਗਿਆ, ਮੈਂ ਖੋਜ ਕੀਤੀ। ਉਹ ਕਿੰਨੇ ਚਲੇ ਗਏ ਇੱਥੇ, ਬ੍ਰਹਮਾ ਵਰਗੇ ਖੋਜਣ ਗਏ, ਉਹਨਾਂ ਨੂੰ ਪਤਾ ਨਹੀਂ ਲੱਗਿਆ ਤੂੰ ਕਿਹੜੇ ਬਾਗ ਦੀ ਮੂਲੀ ਹੈ ਇੱਥੇ। ਬ੍ਰਹਮਾ ਭਾਲਣ ਸ੍ਰਿਸ਼ਟ ਗਿਆ ਤਾਂ ਕਾ ਅੰਤ ਨਾ ਪਾਇਓ। ਹੰਕਾਰ ਹੋ ਗਿਆ ਸੀ ਬ੍ਰਹਮਾ ਨੂੰ, ਮੈਂ ਬਹੁਤ ਵੱਡਾ ਵਿਦਵਾਨ ਹੈ, 4 ਵੇਦ ਰਚਤੇ, ਮੇਰੇ ਵਰਗਾ ਵਿਦਵਾਨ। ਇਹ ਪਤਾ ਹੀ ਨਹੀਂ ਸੀ ਵੀ ਤੂੰ ਹੈ ਤਾਂ ਬ੍ਰਹਮਾ, ਵੇਦ ਤਾਂ ਰਚਤੇ, ਤੈਨੂੰ ਆਪਣਾ ਪਤਾ ਹੀ ਨਹੀਂ ਤੂੰ ਕਿਹਨੇ ਬਣਾਇਆ। ਅੱਜ ਖੇ ਕੋ ਸਤਨਾਮ। ਐਸੀ ਖਤਰਨਾਕ ਅਵਸਥਾ ਹੈ ਬ੍ਰਹਮਾ ਜੀ ਦੀ, ਬਾਪ ਦਾ ਪਤਾ ਹੀ ਨਹੀਂ ਕਿਹਨੇ ਪੈਦਾ ਕੀਤਾ। ਤੇ ਪੁੱਛ ਬੈਠੇ ਆ ਮੈਨੂੰ ਪੈਦਾ ਕਿਹਨੇ ਕੀਤਾ। ਵਿਸ਼ਨੂੰ ਭਗਵਾਨ ਕਹਿੰਦੇ ਆ ਜਿਹੜਾ ਕਮਲ ਫੁੱਲ ਖੜਾ ਹੈ ਨਾ ਟੋਭੇ ਵਿੱਚ, ਇਹਦੀ ਨਾਭੀ ਵਿੱਚੋਂ ਤੂੰ ਜੰਮਿਆ। ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜੈ ਮੁਖ ਕੰਠ ਸਵਾਰ। ਜਿਹੜਾ ਕਮਲ ਫੁੱਲ ਹੈ ਨਾ ਇਹਦੇ ਵਿੱਚੋਂ ਬ੍ਰਹਮਾ ਦਾ ਜਨਮ ਹੈ। ਕਮਲ ਦੀ ਨਾਭੀ ਕਿੰਨੀ ਕੁ ਹੁੰਦੀ ਹੈ ਡੰਡੀ। ਨਾਭ ਕਮਲ ਤੇ ਬ੍ਰਹਮਾ ਉਪਜੇ। ਆਇਆ ਹੰਕਾਰ, ਕਹਿੰਦਾ ਮੈਂ ਬ੍ਰਹਮਾ, 4 ਵੇਦਾਂ ਦਾ ਵਕਤਾ, ਮੈਂ ਇਹ ਫੁੱਲ ਵਿੱਚੋਂ ਜੰਮਿਆ ਕਿਤੇ। ਲੱਤ ਮਾਰੀ ਹੰਕਾਰ ਦੇ ਨਾਲ। ਕਹਿੰਦਾ ਕੀ ਹੁੰਦਾ ਫੁੱਲ, ਕੀ ਹੁੰਦੀ ਹੈ ਨਾਲੀ। ਆਏ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਜਦ ਲੱਤ ਮਾਰੀ ਨਾਭੀ ਦੇ ਵਿੱਚੇ ਚਲਿਆ ਗਿਆ। ਬ੍ਰਹਮਾ ਅਸੀਂ ਤਾਂ ਹੁੰਦੇ ਕੀ ਐ ਇੱਥੇ ਵਿੱਚੇ, ਹੇਠੇ ਹੇਠ ਜਾਈ ਜਾਵੇ। ਥੋੜਾ ਸਮਾਂ ਨਹੀਂ, ਫੇਰ ਪੜ੍ਹ ਲੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਜੁਗ 36 ਕੀਓ ਗੋਬਾਰਾ। ਬਾਣੀ ਹੈ ਮਹਾਰਾਜ ਦੀ। 18 ਯੁੱਗ ਬੀਤ ਗਏ ਨਾਲੀ ਨਾ ਮੁੱਕੇ। ਬ੍ਰਹਮਾ ਜਿਹਨੂੰ ਕਹਿੰਦੇ ਹੁੰਦੀ ਕੀ ਹੈ ਇਹ, 18 ਯੁੱਗ ਹੇਠ ਨੂੰ ਇਹ ਜਾਈ ਗਿਆ।
ਬਾ ਫੇਰ ਕਰੇ ਮਿੰਤਾਂ ਵਾਹਿਗੁਰੂ ਕੱਢ ਹੁਣ ਇਥੋਂ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਹੰਕਾਰ ਨਾ ਕਰੋ, ਕਿਤੇ ਮੁੜ ਕੇ ਮਿੰਤਾਂ ਕੱਢ ਕਰਨੀਆਂ ਪੈਣ। ਹੁਣ ਕੱਢ ਲੈ ਸੱਪਾਂ ਦੀ ਜੂਨੀ ਚੋਂ, ਹੁਣ ਕੱਢ ਲੈ ਗਧਿਆਂ ਦੀ ਜੂਨੀ ਚੋਂ। ਬਚੋ ਧਰਮ ਰਾਏ ਤਿਸ ਕਰੇ ਖੁਆਰੀ, ਇਹਨਾਂ ਜੂਨੀਆਂ 'ਚ ਪਾ ਕੇ ਖੁਆਰ ਕਰੂਗਾ। 18 ਯੁੱਗ ਬੀਤ ਗਏ ਫਿਰ ਮਿੰਤਾਂ ਕਰੇ। ਫਿਰ ਅਰਦਾਸਾਂ ਹੋਈਆਂ ਤੇ 18 ਯੁੱਗ ਉੱਪਰ ਆਉਣ ਨੂੰ ਲੱਗੇ। ਉਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਲੱਗੇ ਲਿਖਿਆ, ਯੁੱਗ 36 ਕੀਓ ਗੋਬਰ। ਅੰਧਕਾਰ ਦਾ ਸਮਾਂ ਜਿਹੜਾ ਕਹਿੰਦਾ ਸੀ ਮੈਂ ਬ੍ਰਹਮਾ, ਇਹ ਹੰਕਾਰ ਗੁਰਸਿੱਖ ਪਿਆਰਿਓ ਸੁਖਮਨੀ ਸਾਹਿਬ ਪੜ੍ਹਦੇ ਹੋ ਜਰਾ 12ਵੀਂ ਅਸ਼ਟਪਦੀ, ਇੱਕ ਪੌੜੀਓ ਆਪਣੇ ਜ਼ਿੰਦਗੀ ਚ ਲਾ ਲਓ ਤੇ ਤੁਸੀਂ ਤਰ ਜਾਓਗੇ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਤੁਹਾਨੂੰ, ਸੁਖਮਨੀ ਨੇ ਨਹੀਂ ਤਾਰਨਾ, ਸੁਖਮਨੀ ਦੀ ਦਿੱਤੀ ਸਿੱਖਿਆ ਨੇ ਤਾਰਨਾ। ਡਾਕਟਰ ਨੇ ਰਾਜੀ ਨਹੀਂ ਕਰਨਾ, ਡਾਕਟਰ ਦੀ ਦਿੱਤੀ ਦਵਾਈ ਨੇ ਰਾਜੀ ਕਰਨਾ। ਗੁਰਸਿੱਖ ਪਿਆਰਿਓ ਇੱਕੋ ਅਸ਼ਟਪਦੀ 12ਵੀਂ ਤੇ ਇੱਕ ਪੌੜੀ ਪੜ੍ਹ ਲਓ, ਬਥੇਰਾ ਕੁਝ ਹੈ। ਬਸ ਉਹ ਪੌੜੀ ਕੀ ਕਹਿ ਰਹੀ ਹੈ ਤੁਹਾਨੂੰ, ਜਿਸ ਕੈ ਅੰਤਰ ਰਾਜ ਅਭਿਮਾਨ, ਜੋ ਸ਼ਕਤੀ ਕਰਕੇ ਮਾਣ ਕਰੇ ਮੇਰੇ ਵਿੱਚ ਹੁਣ ਤਾਕਤ ਹੈ, ਕੁਰਸੀ ਮਿਲ ਗਈ, ਰਾਜ ਗੱਦੀ ਤੇ ਬੈਠੇ ਮੈਂ, ਤੇ ਮਹਾਰਾਜ ਡਿਗਰੀ ਕੀ ਦੰਨੇ ਉਹਨੂੰ, ਸੋ ਨਰਕ ਪਾਤੀ ਹੋਵਤ ਸਵਾਨ। ਸਵਾਨ ਕਹੀਏ ਕੁੱਤਾ, ਮਹਾਰਾਜ ਕਹਿੰਦੇ ਅਗਲੇ ਜਨਮ ਵਿੱਚ ਕੁੱਤਾ ਹੋਵੇਗਾ, ਤੇ ਕੁੱਤਾ ਵੀ ਭਲੇਖਾ ਨਾ ਕਰਿਓ ਕਿਤੇ ਯੂਕੇ ਦਾ ਹੋਊਗਾ, ਕੈਲੀਫੋਰਨੀਆ ਦਾ ਹੋਊਗਾ। ਇੱਥੇ ਤੱਕ ਕੁੱਤੇ ਬਿਸਤਰਿਆਂ ਪਰ ਬੈਠੇ ਨੇ, ਜਬਰ ਰੋਟੀਆਂ ਛਕਦੇ ਨੇ। ਇਹ ਕੁੱਤੇ ਨਹੀਂ ਬਣਨਾ ਆਪਾਂ ਨੇ ਜੇ ਹੰਕਾਰ ਕਰਾਂਗੇ ਸ਼ਕਤੀ ਦਾ। ਗੁਰੂ ਅਰਜਨ ਕਹਿੰਦੇ ਕੁੱਤਾ ਵੀ ਨਰਕਾਂ ਦੇ ਗੰਦ ਖਾਣ ਵਾਲਾ ਹੋਵੇਗਾ, ਨਰਕ ਪਾਤੀ। ਇਸ ਧਰਤੀ ਦਾ ਕੁੱਤਾ ਨਹੀਂ। ਦੇਖੋ ਹੰਕਾਰ ਤੋਂ ਕੀ ਮਿਲਦਾ ਹੈ, ਇਹ ਬਚਨ ਚੱਲ ਰਹੇ ਨੇ ਗੁਰੂ ਦੀ ਦ੍ਰਿਸ਼ਟ ਨਾਲ ਇਹ ਚੀਜ਼ਾਂ ਦੂਰ ਹੋਣੀਆਂ। ਕਾਮ ਕ੍ਰੋਧ ਅਰ ਲੋਭ ਮੋਹ, ਉਹਨਾਂ ਦਾ ਜਿਹੜਾ ਬਲ ਹੈ ਸਾਡੇ ਉੱਤੇ, ਭਾਰੂ ਹੋਏ ਨੇ ਸਾਡੇ ਉੱਤੇ। ਤੇ ਗੁਰਸਿੱਖ ਪਿਆਰਿਓ ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ। ਜੋ ਜਾਣੈ ਮੈਂ ਜੋ ਬਨਵੰਤ, ਚਮੜੀ ਦੇ ਰੰਗ ਦਾ ਹੀ ਮਾਣ ਕਰੀ ਜਾਵੇ, ਜਵਾਨੀ ਦਾ ਹੀ ਮਾਣ ਕਰੀ ਜਾਵੇ। ਮੇਰੇ ਵਰਗਾ ਸੁੰਦਰ ਨਹੀਂ ਕੋਈ ਜੋਬਨਵੰਤ, ਮੇਰੇ ਵਰਗਾ ਤਕੜਾ ਕੋਈ ਨਹੀਂ, ਮੇਰੇ ਵਰਗਾ ਸਰੀਰ ਕਿਸੇ ਦਾ ਨਹੀਂ। ਮਹਾਰਾਜ ਕਹਿੰਦੇ ਵੇਖ ਲੈ, ਸੋ ਹੋਵਤ ਬਿਸ਼ਟਾ ਕਾ ਜੰਤ। ਜੰਤ ਕਹੀਏ ਕੀੜਾ, ਕੀੜੇ ਵੀ ਆਏ ਨਹੀਂ ਜਿਹੜੇ ਡਿਸਕਵਰੀ ਚ ਦੇਖਦੇ ਆ ਤੁਸੀਂ, ਕਦੇ ਅਮਰੂਦ ਤੋਂ ਫੜ ਲਿਆ, ਕਦੇ ਕਿਤੇ ਖੰਜੂਰ ਤੋਂ ਫੜ ਲਿਆ, ਕੀੜੇ ਦਿਖਾਉਂਦੇ ਨੇ ਡਿਸਕਵਰੀ ਚ, ਥੋੜੇ ਫਿਰਦੇ ਨੇ ਕੀੜੇ। ਇੱਥੇ ਇੱਕ ਸਾਡੇ ਭਾਈ ਰਹਿੰਦੇ ਨੇ, ਉਹ ਵਿਚਾਰੇ ਕੀੜਿਆਂ ਨੂੰ ਇਹ ਭੁੰਨ ਕੇ ਛਕੀ ਜਾਂਦੇ ਆ। ਅੱਜ ਖੇ ਆਖੋ ਸਤ ਨਾ ਵੇਖੋ, ਰੱਬ ਨੇ ਮਨੁੱਖ ਜਨਮ ਤਾਂ ਦੇ ਦਿੱਤਾ ਪਰ ਪਛਤਾਉਂਦਾ ਹੋਣਾ ਰੱਬ। ਕੀੜੇ ਮਕੌੜੇ ਹੀ ਬਾਲ ਬਾਲ ਕੇ ਛਕੀ ਜਾਂਦੇ ਨੇ, ਹੋਰ ਨਹੀਂ ਕੁਝ। ਪਰ ਜਿਹੜਾ ਬੰਦਾ ਆਪਣੇ ਸਰੀਰ ਦਾ ਮਾਣ ਕਰੇ, ਜੋ ਬੰਦਾ ਜਵਾਨੀ ਦਾ ਰੂਪ ਦਾ, ਉਹ ਕਹਿੰਦੇ ਕੀੜਾ ਤਾਂ ਹੋਊਗਾ, ਕੀੜਾ ਵੀ ਗੰਦਗੀ ਦਾ ਹੋਊਗਾ। ਸੋ ਹੋਵਤ ਬਿਸ਼ਟਾ ਕਾ ਜੰਤ। ਤੇ ਹੁਣ ਅਗਲੀ ਗੱਲ ਤਾਂ ਸਿੱਧੀ ਉਹ ਤੁਹਾਡੇ ਵੱਲ ਹੈ ਭਾਈ, ਸੁਣ ਲਿਓ ਪਿਆਰ ਨਾਲ। ਆਪਸ ਕੋ ਕਰਮਵੰਤ ਕਹਾਵੇ, ਸਾਡਾ ਲਾਣਾ ਵੀ ਵਿੱਚ ਆ ਗਿਆ। ਮੈਂ ਇੰਨੀਆਂ ਮਾਲਾ ਫੇਰਦਾ, ਮੈਂ ਇੰਨੀਆਂ ਸੁਖਮਨੀਆਂ ਪੜ੍ਹਦਾ, ਮੈਂ ਇੰਨੀ ਵਾਰ ਹਜ਼ੂਰ ਸਾਹਿਬ ਜਾ ਕੇ ਆਇਆ, ਮੈਂ ਇੰਨੀ ਵਾਰ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਤੀ, ਮੈਂ ਇੰਨੀਆਂ ਰਮਾਇਣਾਂ ਪੜ੍ਹ ਦਿੱਤੀਆਂ, ਇੰਨੀ श्रीमद् भगवत गीता जी की कथा करती, त्रिवेणी जी के स्नान किए, इतने बार स्नान हो गए, गिनती नहीं। आ जेड़ा कर्म करके गिनती करनी ना कि मैं कर दे। आपस को कर्मवंत कहावे, जन्म मरे बहु जोन परमावे। सतगुर कहते करी जा कर्म 84 लाख का गेड़ा तेरे खातर भी तैयार है। को सतनाम से कर्मवंत कर्म करके कहाना के मैं कर दे। हुण फिर वारी है भाई, गुस्सा ना करियो, सीधी तुहाडी डायरैक्ट लाइन हुण तुहाडे नाल जुड़दी है। धन भूम का जो करे गुमान,
ਇੰਨੇ ਕੀਲੇ ਹੈ ਭੂਮੀ, ਇੰਨੀਆਂ ਐਫਡੀਆਂ ਧਨ ਭੂਮ, ਇੰਨੇ ਟਰੱਕ ਨੇ, ਇੰਨੀਆਂ ਫੈਕਟਰੀਆਂ ਨੇ, ਇੰਨੇ ਬਾਲ ਬੱਚੇ ਨੇ। ਜਿਹੜਾ ਇਹਨਾਂ ਦਾ ਮਾਣ ਕਰਦਾ ਉਹਨੂੰ ਮੇਰੇ ਗੁਰੂ ਅਰਜਨ 3 ਸਰਟੀਫਿਕੇਟ ਦੇ ਗਏ ਇਕੱਠੇ ਹੀ, ਜਿਵੇਂ ਕੋਈ ਟ੍ਰਿਪਲ MA ਕਰ ਲਵੇ, 3 ਇਕੱਠੇ ਹੀ। ਜਿਹੜਾ ਧਰਤੀ ਦਾ ਮਾਲ ਧਨ ਦਾ ਮਾਣ ਕਰੂਗਾ ਸੋ ਮੂਰਖ ਅੰਧਾ ਅਗਿਆਨ। ਮੂਰਖ ਹੈ, ਅੰਨਾ ਹੈ, ਅਗਿਆਨੀ ਹੈ ਜਿਹੜਾ ਇਹਨਾਂ ਚੀਜ਼ਾਂ ਦਾ। ਤੇ ਹੁਣ ਗੁਰੂ ਅਰਜਨ ਪਾਤਸ਼ਾਹ ਤੋਂ ਮੰਗ ਲੋ, ਹੱਥ ਬੰਨ ਕੇ ਨੱਕ ਰਗੜ ਕੇ ਗੁਰੂ ਦੇ ਦਰ ਤੇ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ। ਆ ਚੀਜ਼ ਮੰਗੋ। ਇਹੀ ਮੰਗੀ ਸੀ ਸਤਿਗੁਰ ਪਾਤਸ਼ਾਹ ਨੇ, ਨੌ ਨਿਧ ਨਾਮ ਗਰੀਬੀ ਪਾਈ। ਸੱਚਖੰਡ ਜਦੋਂ ਗੁਰੂ ਨਾਨਕ ਦੇਵ ਗਏ, ਹੋਰ ਨਹੀਂ ਕੁਝ ਵੀ ਮੰਗਿਆ, ਇੱਕ ਆਪਣਾ ਨਾਮ ਦੇ ਦੇ, ਇੱਕ ਮੈਨੂੰ ਗਰੀਬੀ ਦੇ ਦੇ, ਮਨ ਦੀ ਗਰੀਬੀ, ਤਨ ਦੀ ਗਰੀਬੀ ਨਹੀਂ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ, ਨਾਨਕ ਈਹਾ ਮੁਕਤ। ਦੇਖੋ ਕੈਸਾ ਬਚਨ ਹੈ। ਆਪਾਂ ਤਾਂ ਅੱਗੇ ਜਾ ਕੇ ਮੁਕਤੀ ਮੰਗਦੇ ਫਿਰਦੇ ਨਾ, ਤੇ ਇੱਥੇ ਕਹਿੰਦੇ ਸੁਖੀ ਰਹੀਏ, ਅੱਗੇ ਜਾ ਕੇ ਮੁਕਤ ਹੋ ਜਾਈਏ। ਪਰ ਗੁਰੂ ਅਰਜਨ ਉਲਟ ਕਿਰਿਆ ਦੱਸ ਰਹੇ ਨੇ, ਜਿਹਦੇ ਮਨ ਵਿੱਚ ਗਰੀਬੀ ਵਸ ਗਈ ਉਹ ਇੱਥੇ ਜਿਉਂਦਾ ਹੀ ਮੁਕਤ ਹੈ। ਨਾਨਕ ਈਹਾ ਮੁਕਤ ਆਗੇ ਸੁਖ ਪਾਵੇ। ਦੂਜਾ ਅਰਥ, ਜਿਹੜਾ ਇੱਥੇ ਗਰੀਬੀ ਦਾ ਜੀਵਨ ਕੱਟ ਗਿਆ, ਨੀਵਾਂ ਹੋ ਕੇ ਜੀਵਨ ਕੱਟ ਗਿਆ, ਉਹ ਅਗਲੇ ਜਹਾਨ ਵਿੱਚ ਸੁਖ ਪਾਊਗਾ, ਉੱਚਾ ਹੋਊਗਾ। ਪੜੋ ਤਾਂ ਜਰਾ ਪਿਆਰ ਨਾਲ। ਉਹੀ ਨਾ ਬੋਲਿਓ ਜਿਹੜਾ ਢਿੱਲਾ ਮਿੱਸਾ ਹੋਵੇ, ਜਿਹੜਾ ਰੋਟੀ ਖਾਂਦਾ ਜ਼ਰੂਰ ਬੋਲੇ ਹੋ, ਜਿਹੜਾ ਚਾਹ ਚੂ ਪੀਂਦਾ ਜ਼ਰੂਰ ਬੋਲੇ। ਵੇਖੋ ਕੈਸੇ ਲੰਗਰ ਪਦਾਰਥ ਬਣਦੇ ਆਪਣੇ ਖਾਤਰ, ਫਿਰ ਢਿੱਲ ਮਿੱਸ ਨਹੀਂ ਕਰੀਦੀ। ਪਾਦੇ ਪ੍ਰੀਤਮਾ ਸਾਨੂੰ ਧੂੜ ਸੰਗਤਾਂ ਦੀ, ਦੇ ਦੇ ਵਾਹਿਗੁਰੂ ਸਾਨੂੰ ਧੂੜ ਸੰਗਤਾਂ ਦੀ। ਪਾਦੇ ਪ੍ਰੀਤਮਾ ਸਾਨੂੰ ਧੂੜ ਸੰਗਤਾਂ ਦੀ, ਤੇਰੇ ਪ੍ਰੀਤਮਾ ਸਾਨੂੰ ਧੂੜ ਸੰਗਤਾਂ ਦੀ। ਧੂੜ ਸੰਗਤਾਂ ਦੀ ਸਾਨੂੰ ਖਾਕ ਸੰਗਤਾਂ ਦੀ। ਧੂੜ ਸੰਗਤਾਂ ਦੀ, ਖਾਕ ਸੰਗਤਾਂ ਦੀ। ਬਖਸ਼ੋ ਵਾਹਿਗੁਰੂ ਸਾਨੂੰ ਧੂੜ ਸੰਗਤਾਂ ਦੀ। ਪਾਦੇ ਪ੍ਰੀਤਮਾ ਸਾਨੂੰ ਧੂੜ ਸੰਗਤਾਂ ਦੀ। ਬਖਸ਼ੋ ਵਾਹਿਗੁਰੂ ਸਾਨੂੰ ਧੂੜ ਸੰਗਤਾਂ ਦੀ। ਵਾਹਿਗੁਰੂ ਸਾਨੂੰ ਧੂੜ ਸੰਗਤਾਂ ਦੀ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਕੂੜਾ ਲਾਲਚ ਛੱਡੀਏ, ਕੋਈ ਇੱਕ ਮਨ ਅਲਖ ਤੇ ਆਈਏ। ਫਲ ਤੇ ਵੇਖੋ ਪਾਈਏ, ਜੇ ਵੇਹੀ ਕਾਰ ਕਮਾਈਏ। ਪਰ ਮਿਲਦੀ ਕਿਨਾਂ ਨੂੰ ਹੈ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈ। ਬਹੁਤ ਪਿਛਲੇ ਕਰਮ ਚੰਗੇ ਕੀਤੇ ਹੋਣ ਤਾਂ ਇਹ ਗੁਰੂ ਦੇ ਚਰਨਾਂ ਦੀ, ਸੰਗਤਾਂ ਦੇ ਚਰਨਾਂ ਦੀ ਧੂੜੀ ਤੇ ਮੱਥਾ ਲੱਗਦਾ। ਉਹ ਵੇਖਿਆ ਹੋਣਾ ਕਈਆਂ ਨੂੰ ਤੁਸੀਂ ਇੱਥੇ ਮੱਥਾ ਟੇਕਦੇ ਆ, ਹਾਂ ਪੌਂਡ ਜਾ ਵਗਾ ਕੇ ਮਾਰਦੇ ਆ, ਚੱਕ ਬਾਬੇ ਤੇਰਾ ਦੇਣਾ ਤਾਂ ਅੱਜ ਕੇ ਆਖੋ ਸਤਨਾਮ। ਸੈਂਟ ਨੂੰ ਐ ਸਿੱਟਦੇ ਆ ਵੀ ਜਿਵੇਂ ਅੜਾ ਬਾਤਾਰ ਨੇ, ਮੱਥਾ ਨਾ ਲੱਗ ਜਾਵੇ ਕਿਤੇ ਧਰਤੀ ਨਾਲ। ਕਿਉਂ ਨਹੀਂ ਲੱਗਦਾ? ਜੇ ਹੋਵੇ ਪੂਰਬ ਲਿਖਿਆ, ਜੇ ਕਿਤੇ ਮਸਤਕ ਵਿੱਚ ਲਿਖਿਆ ਹੋਵੇ ਤਾਂ ਧੂੜੀ ਮਿਲੇ ਗੁਰੂ ਦੀਆਂ ਸੰਗਤਾਂ ਦੀ, ਗੁਰੂ ਦੇ ਚਰਨਾਂ ਦੀ। ਉਹ ਹੰਕਾਰ 5 ਚੀਜ਼ਾਂ ਨਾਸ਼ ਕਰ ਰਹੇ ਨੇ। ਹੁਣ ਗੁਰੂ ਅੰਗਦ ਦੇ ਪਾਤਸ਼ਾਹ ਬਾਬਤ ਟੱਲ ਭਗਤ ਜੀ ਕਹਿੰਦੇ ਨੇ ਭੱਟ ਸਾਹਿਬ, ਉਹਨਾਂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ, ਉਹਨਾਂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਵਰਸ ਰਿਹਾ ਹੈ। ਤੇ ਜਿਹਨੂੰ ਵੇਖ ਲੈਂਦੇ ਹਨ, ਜਿਨ੍ਹਾਂ ਉੱਤੇ ਮਿੱਠੇ ਬਚਨ ਸੁਣਾ ਦਿੰਦੇ ਹਨ, ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਬਲ ਸਾਨੂੰ ਘੜੀਸੀ ਫਿਰਦਾ ਹੈ, ਮਹਾਬਲੀ ਨੇ ਖਿੱਚੀ ਫਿਰਦੇ ਨੇ ਸਾਨੂੰ 24 ਘੰਟੇ ਪੰਜੇ ਵਿਕਾਰ। ਇਹਨਾਂ ਦਾ ਬਲ ਸਤਿਗੁਰਾਂ ਦੀ ਦ੍ਰਿਸ਼ਟੀ ਪੈਣ ਤੋਂ ਹੀ ਨਾਸ ਹੋ ਜਾਂਦਾ।
ਬਸ ਚੋਰ ਉੱਤੇ ਮਾਲਕ ਨੇ ਚੋਰ ਦੇਖਿਆ ਨਹੀਂ ਤੇ ਉਹਦਾ ਖੂਨ ਸੁੱਕਿਆ ਨਹੀਂ। ਅਜਖੇ ਆਖੋ ਸਤਨਾਮ। ਡਾਂਗ ਮਾਰਨ ਦੀ ਵੀ ਲੋੜ ਨਹੀਂ ਹੁੰਦੀ। ਜਿਹੜਾ ਉਗਣੇ ਵਾਲਾ ਬੰਦਾ ਹੁੰਦਾ ਨਾ, ਮਾੜੇ ਕੰਮ ਕਰਨ ਵਾਲਾ, ਬਸ ਜਦ ਕਿਸੇ ਦੀ ਨਿਗਾਹ ਵਿੱਚ ਆ ਗਿਆ ਤੇ ਮਰ ਗਿਆ। ਇਹ ਜਿਹੜੇ ਵਿਕਾਰ ਸਾਨੂੰ ਚਿੰਬੜੇ ਨੇ, ਚੋਰੀਆਂ ਕਰਦੇ ਨੇ, ਠੱਗੀਆਂ ਮਾਰਦੇ ਨੇ 24 ਘੰਟੇ, 5 ਠਗਵਾੜੇ ਲਿਖੇ ਇਹਨੂੰ, ਜਦ ਗੁਰੂ ਦੀ ਦ੍ਰਿਸ਼ਟੀ ਵਿੱਚ ਆ ਗਏ ਤੇ ਕੰਬਣ ਲੱਗ ਜਾਂਦੇ ਨੇ। ਇਹਨਾਂ ਦਾ ਬਲ ਨਾਸ ਹੋ ਜਾਂਦਾ ਹੈ। ਵਸ ਕਰੈ ਸਭੈ ਬਲ। ਸਭੈ ਬਲ ਇਹਨਾਂ ਪੰਜਾਂ ਦਾ, ਕੱਲੇ ਦਾ ਨਹੀਂ। ਕਾਮ ਕ੍ਰੋਧ ਅਰ ਲੋਭ ਮੋਹ ਹੰਕਾਰ, ਜਿਨ੍ਹਾਂ ਦੀ ਕਿਰਿਆ ਆਪ ਜੀ ਨੂੰ ਸਰਵਣ ਕਰਾਈ ਹੈ, ਕਾਮ ਵਾਸ਼ਨਾ ਪੈਦਾ ਹੋ ਗਈ, ਇੱਜ਼ਤ ਦੀ ਸਾਂਝ ਖਤਮ ਹੋ ਗਈ, ਜੀਵਨ ਤੇਰਾ ਖਤਮ ਹੋ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚ ਸੱਚ ਨੂੰ ਕਿਹਾ ਸਭ ਤੋਂ ਚੰਗਾ, ਸੱਚੋ ਔਰੇ ਸਭ ਕੋ, ਸਭ ਤੋਂ ਉੱਪਰ ਸੱਚ। ਜਿਹੜਾ ਤੇਰਾ ਕਰੈਕਟਰ ਹੈ, ਤੇਰਾ ਜੀਵਨ ਹੈ, ਇਹ ਸੱਚ ਤੋਂ ਵੀ ਵਧੀਆ ਹੈ। ਜੇ ਤੇਰਾ ਜੀਵਨ ਬਣ ਜਾਵੇ, ਸੱਚ ਤੇਰੇ ਪਿੱਛੇ ਪਿੱਛੇ ਫਿਰੂਗਾ, ਟੋਰਦਾ ਫਿਰੂਗਾ, ਤੇ ਜੀਵਨ ਨਾ ਬਣਿਆ, ਜੀਵਨ ਉੱਚਾ ਨਾ ਗਿਆ, ਫਿਰ ਕਈ ਜਨਮਾਂ ਚ ਫਿਰੀ ਜਾਈ ਸੱਚ ਨੂੰ ਟੋਲਦਾ ਤੇ ਸੱਚ ਨਹੀਂ ਲੱਭਣਾ। ਆਖੋ ਸਤਨਾਮ। ਉੱਪਰ ਸੱਚ ਆਚਾ ਕਰੈਕਟਰ ਜੀਵਨ ਹੈ ਜਿਹੜਾ, ਉਹ ਕਾਮ ਵਾਸ਼ਨਾ ਸਤ ਸੰਗਤ ਕਿੱਥੇ ਬਦਲ ਜਾਂਦੀ ਹੈ। ਸਤਿਗੁਰਾਂ ਦੀ ਬਾਣੀ ਪੜੋ, ਜਿੱਦਣ ਉਹਦੀ ਦ੍ਰਿਸ਼ਟੀ ਹੋ ਗਈ, ਜਿਉ ਕਾਮੀ ਨੂੰ ਕਾਮਣੀ ਪਿਆਰੀ ਹੈ, ਐਸੀ ਨਾਮੇ ਨੂੰ ਵਾਹਿਗੁਰੂ ਦੀ ਪ੍ਰੀਤ ਪਿਆਰੀ। ਇਹ ਉਹਦੀ ਦ੍ਰਿਸ਼ਟੀ ਹੋ ਗਈ ਨਾ ਨਾਮਦੇਵ ਉੱਤੇ। ਜਿੰਨੀ ਉਹ ਕਾਮ ਚੇਸ਼ਟਨਾ ਹੈ, ਉਨੀ ਗੁਰੂ ਦੇ ਦਰਸ਼ਨਾਂ ਦੀ ਚੇਸ਼ਟਾ ਪੈਦਾ ਹੋ ਜਾਣੀ ਹੈ। ਕ੍ਰੋਧ ਆਉਣਾ ਹੀ ਨਹੀਂ। ਇੱਥੇ ਹੁਣ ਗੁਰੂ ਦੀ ਦ੍ਰਿਸ਼ਟੀ ਵਿੱਚ ਬੈਠੇ ਆਪਾਂ, ਵੇਖ ਰਹੇ ਨੇ, ਸਤਿਗੁਰ ਕਿਰਪਾ ਦ੍ਰਿਸ਼ਟੀ ਕਰ ਰਹੇ ਨੇ ਸਾਡੇ ਉੱਤੇ। ਜਿਹੜਾ ਕ੍ਰੋਧ ਹੈ ਉਹਨੂੰ ਘਰ ਤਾਂ ਨਹੀਂ ਛੱਡ ਕੇ ਆਏ ਤੁਸੀਂ, ਨਾਲੇ ਆਇਆ ਤੁਹਾਡੇ। ਜਾਂ ਇੱਕ ਜਣਾ ਕਹਿ ਦੋ ਤੁਹਾਡੇ ਵਿੱਚੋਂ ਵੀ ਮੈਂ ਆਪਣੇ ਕ੍ਰੋਧ ਨੂੰ ਆਉਣ ਲੱਗਿਆ ਕਹਿ ਕੇ ਰਿਹਾ, ਤੂੰ ਬੈਡਰੂਮ ਚ ਰਹੋ, ਮੈਂ ਗੁਰਦੁਆਰੇ ਚੱਲੇ, ਨਾਲ ਆਇਆ ਤੁਹਾਡੇ ਇੱਥੇ, ਪਰ ਹੁਣ ਪ੍ਰਗਟ ਹੋ ਕੇ ਦਿਖਾਵੇ। ਹੈ ਕੋਈ ਅੰਸ਼ ਕ੍ਰੋਧ ਦਾ? ਹੈ ਇੱਥੇ ਕਾਮ ਦਾ ਅੰਸ਼ ਕੋਈ? ਲੋਭ ਵੀ ਤੁਹਾਡੇ ਨਾਲ ਆਇਆ, ਮੋਹ ਵੀ ਤੁਹਾਡੇ ਨਾਲ ਆਇਆ, ਹੰਕਾਰ ਵੀ ਨਾਲ ਆਇਆ, ਤੇ ਜਾਊਗਾ ਵੀ ਨਾਲ। ਇਹ ਵੀ ਮੈਂ ਬੇਨਤੀ ਕਰਦਾ, ਕਿਉਂਕਿ ਤੁਸੀਂ ਆਉਣ ਲੱਗੇ ਨਾ, ਘਰਦਿਆਂ ਨੂੰ ਕਹਿ ਕੇ ਆਏ ਹੋ ਮੈਂ ਗੁਰਦੁਆਰੇ ਚੱਲੇ ਆ, ਇੱਥੇ ਤੁਹਾਨੂੰ ਅਸੀਂ ਗਲੂਕੋਸ ਚੜਾਉਣਾ ਹੈ, ਟੀਕੇ ਤੁਹਾਡੇ ਲਾਉਣੇ ਹੈ, ਟੈਬਲੇਟਸ ਤੁਹਾਨੂੰ ਦੇਣੀ ਹੈ, ਤੁਹਾਡੇ ਮਾਲਿਸ਼ ਵੀ ਕਰਨੀ ਹੈ। ਪਰ ਜਾਣ ਕੇ ਤੁਸੀਂ ਫੇਰ ਘਰ ਕਹਿ ਦੇਣਾ, ਕੁੰਡਾ ਖੋਲਿਓ ਮੈਂ ਆ ਗਿਆ। ਆਖੋ ਸਤਨਾਮ। ਹਉ ਵਿੱਚ ਆਇਆ, ਹਉ ਵਿੱਚ ਗਿਆ। ਇਹ ਤਾਂ ਉਨਾ ਚਿਰੇ ਦੂਰ ਹੈ ਜਿੰਨਾ ਚਿਰ ਅਮਿਓ ਦ੍ਰਿਸ਼ਟ, ਉਹ ਸਤਿਗੁਰ ਦੀ ਦ੍ਰਿਸ਼ਟੀ ਪੈ ਰਹੀ ਹੈ, ਬਸ ਉਹਨਾਂ ਚਿਰੇ। ਮੋਹ ਦੇਖ ਲੋ, ਲੋਭ ਦੇਖ ਲੋ। ਕਈਆਂ ਨੇ ਆਨੰਦ ਸਾਹਿਬ ਨਹੀਂ ਪੜਨ ਦੇਣੇ, ਜਦੇ ਉੱਠ ਕੇ ਤੁਰ ਜਾਣਾ। ਕਦ ਥਾਲੀ ਚੱਕੀਏ ਲੰਗਰ ਵਾਲੀ, ਆਖੋ ਸਤਨਾਮ। ਵੇਖੋ ਹੁਣ ਯਾਦ ਹੈ ਤੁਹਾਡੇ ਰੋਟੀ ਕਿਤੇ, ਹੁਣ ਲੰਗਰ ਦੀ ਖੀਰ ਯਾਦ ਹੈ ਨਹੀਂ, ਮੋਹ ਵੀ ਨਹੀਂ ਹੈ ਇੱਥੇ। ਹੁਣ ਤੁਹਾਡੇ ਪੁੱਤ ਧੀ ਯਾਦ ਨਹੀਂ ਹੈ, ਉਹ ਹੋਰ ਤਾਂ ਕੀ ਹੋਣਾ। ਹੁਣ ਤੁਹਾਡੇ ਇਹ ਵੀ ਯਾਦ ਨਹੀਂ ਜੇਬ ਵਿੱਚ ਬਟੂਆ ਹੈਗਾ ਕਿ ਨਹੀਂ। ਤੇ ਦੱਸ ਦੋ ਵੀ ਡਾਲਰਾਂ ਕਰਨੀ, ਪਾਉਂਡਾਂ ਕਰਨੀ ਧਿਆਨ ਹੈ ਹੁਣ? ਇਹ ਕਿਉਂ ਨਹੀਂ ਹੈ? ਤੁਹਾਡੀ ਜੇਬ ਵਿੱਚ ਪਏ ਨੇ, ਯਾਦ ਤੁਹਾਡੇ ਹੈ ਨਹੀਂ। ਕਿਉਂਕਿ ਹੁਣ ਅਮਿਓ ਦ੍ਰਿਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਸਾਡੇ ਤੇ ਪੈ ਰਹੀ ਹੈ। ਉਹਨਾਂ ਦੀ ਕਿਰਪਾ ਦ੍ਰਿਸ਼ਟੀ ਸਾਡੇ ਤੇ ਹੋ ਰਹੀ ਹੈ। ਉਹਨਾਂ ਦੀ ਕਿਰਪਾ ਦ੍ਰਿਸ਼ਟੀ ਐਸੀ ਹੈ, ਹਰੇ ਸਗਲ ਬਲ, ਜਿਤਨੇ ਵੀ ਬਲੀ ਸਾਨੂੰ ਚਿੰਬੜੇ ਹੋਏ ਨੇ ਇਹ ਵਿਕਾਰ, ਸਤਿਗੁਰਾਂ ਦੀ ਦ੍ਰਿਸ਼ਟੀ ਤੋਂ ਹੀ ਨਾਸ਼ ਹੋ ਜਾਂਦੇ ਹਨ। ਸਦਾ ਸੁਖ ਮਨ ਵਸੈ, ਦੁੱਖ ਸੰਸਾਰਾ ਖੋਵੈ। ਲੋ ਹੁਣ ਇਸ ਗੱਲ ਨੂੰ ਪੜਨ ਨੂੰ ਬੜੇ ਸਾਦੇ ਸ਼ਬਦ ਨੇ, ਸਮਝ ਲੋ ਪਿਆਰ ਦੇ ਨਾਲ। ਸਦਾ ਸੁਖ ਮਨ ਵਸੈ, ਜਦ ਤੱਕ ਇਹ ਪੰਜ ਖਹਿੜਾ ਨਹੀਂ ਨਾ ਛੱਡਦੇ, ਸਦਾ ਤੱਕ ਹੀ ਇੱਕ ਪਲ ਵੀ ਸੁਖੀ ਨਹੀਂ ਹੋ ਸਕੇਗਾ। ਇਹ ਉੱਪਰਲੀ ਤੁਕ ਨੂੰ ਜੋੜੋ, ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਸਤਿਗੁਰਾਂ ਨੇ ਪੰਜਾਂ ਦਾ ਨਾਸ਼ ਕਰਤਾ। ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ। ਮਹਾਬਲੀ ਨੇ ਪੰਜੇ, ਕਿਰਪਾ ਦ੍ਰਿਸ਼ਟੀ ਹੋ ਗਈ, ਸਤਿਗੁਰਾਂ ਨੇ ਉਹਨਾਂ ਦਾ ਬਲ ਖਤਮ ਕਰ ਦਿੱਤਾ, ਉਹਨਾਂ ਨੂੰ ਖਤਮ ਨਹੀਂ ਕੀਤਾ। ਦੇਖੋ ਕੈਸਾ ਬਚਨ, ਬਲ ਖੋਇਆ ਉਹਨਾਂ ਦਾ। ਬਲ ਖੋ ਲੈਣਾ, ਕਿਸੇ ਦੀ ਸ਼ਕਤੀ ਖੋ ਲੈਣੀ, ਇਹ ਨਹੀਂ ਹੁੰਦਾ ਕਿ ਉਹਨੂੰ ਮਾਰ ਦੇਣਾ।
ਜੇ ਮਾਰੇ ਦਿੱਤਾ ਉਹਦੀ ਸ਼ਕਤੀ ਰਹੀ ਉਹਨਾਂ ਤੇਰੇ ਕੋਲ ਕੀ ਰਹਿ ਗਿਆ ਫਿਰ? ਉਹਨੂੰ ਜਿਉਂਦਾ ਰੱਖੇ। ਹਾਥੀ ਨੂੰ ਮਾਰਨਾ ਨਹੀਂ, ਹਾਥੀ ਨੂੰ ਕੰਟਰੋਲ ਵਿੱਚ ਕਰਨਾ ਹੈ। ਜਿਹੜਾ ਮਾਰਦਾ ਤੋਂ ਸੇਵਾ ਲੈਣੀ ਹੈ। ਉਹ ਹੈ ਸਾਡੇ ਵਿੱਚ, ਪਰ ਸਤਿਗੁਰਾਂ ਨੇ ਦ੍ਰਿਸ਼ਟੀ ਕਰਕੇ ਉਹਨਾਂ ਦਾ ਬਲ ਖਤਮ ਕਰ ਦਿੱਤਾ ਹੈ ਕਿ ਇੱਥੇ ਟੈਕਨੀਕਲ ਗੱਲ, ਟੈਂਪਰੇਚਰ ਹਮੇਸ਼ਾ ਤੁਹਾਡੇ ਅੰਦਰ ਹੈ। ਜਦ ਟੈਂਪਰੇਚਰ ਨਹੀਂ ਹੋਣਾ ਤੇ ਆਪਾਂ ਨੇ ਨਹੀਂ ਹੋਣਾ। ਬੁਖਾਰ ਅੰਦਰ ਹੈ, 98 ਹੈ ਨਾ, ਪਰ ਜੇ ਵੱਧ ਜਾਵੇ ਫਿਰ ਦੁਖੀ ਕਰਦਾ ਹੈ। ਜੇ ਨਾਰਮਲ ਰਹੇ, ਸਾਨੂੰ ਜੋ ਆ ਰਿਹਾ ਦਰਜਾ ਹਰਾਰਤ, ਟੈਂਪਰੇਚਰ ਸਾਡਾ ਜੀਵਨ ਹੈ, ਪਰ ਜੇ ਇਹਦਾ ਬਲ ਵੱਧ ਜਾਵੇ ਬਾਪੇ ਕੰਬੇਗਾ, ਰੋਟੀ ਛੱਡ ਦੇਵੇਗਾ, ਪਾਣੀਓ ਪਾਣੀ ਮੰਗੇਗਾ, ਦਵਾਈ ਪਾਵਾਂਗਾ, ਲਿਆਓ ਕੋਈ ਗੋਲੀਆਂ ਦੋ, ਕੋਈ ਮੇਰਾ ਸਿਰ ਘੁੱਟੋ। ਡਾਕਟਰ ਨੇ ਤੇਰਾ ਤਾਪ ਮਾਰਨਾ ਨਹੀਂ, ਉਹਦੇ ਵਧੇ ਹੋਏ ਬਲ ਨੂੰ ਖਤਮ ਕਰਨਾ ਹੈ। ਅੱਜ ਆਖੋ ਉਹਨੂੰ ਰੱਖਣਾ ਅੰਦਰੇ ਹੈ, ਪਰ ਨਾਰਮਲ ਆ ਗਿਆ। ਇਸੇ ਤਰ੍ਹਾਂ ਵਿਕਾਰ ਜਿਹੜੇ 5 ਕਾਮ ਜੇ ਮਾਰੇ ਦਿੱਤੇ ਸੰਸਾਰ ਦੀ ਕਿਰਿਆ ਖਤਮ। ਕਾਮ ਵਾਸ਼ਨਾ ਨਾ ਹੋਵੇ ਸੰਸਾਰ ਦੀ ਉਤਮਦੀ ਖਤਮ। ਗੁਰਸਿੱਖ ਪਿਆਰਿਓ, ਜੇ ਮੋਹ ਨਾ ਹੋਵੇ ਬੱਚੇ ਪਾਲੋਗੇ ਕਿਵੇਂ? ਇਹ ਮੋਹ ਹੈ ਮਾਨੋ ਕਿ ਗੋਦੀ ਵਿੱਚ ਬੱਚਾ ਹੈ, ਰੋਟੀ ਖਾ ਰਹੀ ਹੈ ਮਾਂ, ਹੱਥ ਵਿੱਚ ਬੁਰਕੀ ਹੈ ਤੇ ਬੱਚਾ ਗੋਦ ਵਿੱਚ ਗੰਦ ਕਰ ਰਿਹਾ ਹੈ। ਇਹ ਮੋਹ ਹੈ ਕਿ ਉਹਦਾ ਮਲ ਮੂਤਰ ਵੀ ਮਾੜਾ ਨਹੀਂ ਲੱਗਿਆ। ਅਸੀਂ ਰੋਟੀ ਖਾਂਦੇ ਹੋਈਏ, ਕੋਈ ਗੰਦੀ ਗੱਲ ਕਰ ਦੇਵੇ ਅਸੀਂ ਤਿਊੜੀਆਂ ਪਾ ਲਵਾਂਗੇ, ਕੈਸਾ ਬੇਵਕੂਫ ਹੈ। ਭੋਜਨ ਛਕਦਿਆਂ ਨੂੰ ਕਈਆਂ ਦੀਆਂ ਗੱਲਾਂ ਕਰਦੇ, ਪਰ ਤੁਹਾਨੂੰ ਮਾਂ ਜਿਹਦੀ ਗੋਦ ਵਿੱਚ ਇੱਕ ਹੱਥ ਵਿੱਚ ਬੁਰਕੀ ਹੈ ਤੇ ਇੱਕ ਹੱਥ ਵਿੱਚ ਬੱਚੇ ਦਾ ਗੰਦ ਹੈ, ਇਹ ਕਿਆ ਪਰਵਰਿਸ਼ ਕਰ ਰਿਹਾ ਹੈ? ਬੱਚੇ ਦਾ ਮੋਹ ਕੰਮ ਕਰ ਰਿਹਾ। ਜੇ ਮੋਹ ਨਾ ਹੋਵੇ ਕਿੱਥੇ ਪਰਵਰਿਸ਼ ਹੋਵੇ ਇੱਕ ਦੂਜੇ ਦੀ? ਕਿੱਥੇ ਇੱਕ ਦੂਜੇ ਨੂੰ ਆਪਾਂ ਸੰਭਾਲੀਏ? ਜੇ ਲੋਭ ਨਾ ਹੋਵੇ ਬਸ ਫਿਰ ਗੁਰਸਿੱਖ ਪਿਆਰਿਓ ਅੰਸ਼ ਲੋਭ ਦਾ ਰੱਖਣਾ ਹੈ। ਕਿਵੇਂ ਕੰਮ ਚੱਲੂਗਾ? ਮਾਇਆ ਗੁਜਰਾਨ ਹੈ, ਪੁੱਤਰ ਨਿਸ਼ਾਨ ਹੈ, ਔਰਤ ਇਮਾਨ ਹੈ ਤੇ ਰੱਬ ਦਾ ਭਗਤ ਨਾ ਹਿੰਦੂ ਨਾ ਮੁਸਲਮਾਨ ਹੈ, ਤੇ ਗੁਜਰਾਨ ਕਿਵੇਂ ਚੱਲੂਗਾ? ਦੇਖਦੇ ਹੀ ਹੋ ਜਿਨ੍ਹਾਂ ਨੂੰ ਥੋੜੇ ਬਹੁਤੇ ਇਕੱਠੇ ਕਰਨ ਦੀ ਤਕਰੀਬ ਨਹੀਂ ਹੈ, ਯਤਨ ਨਹੀਂ ਹੈ, ਤਰੀਕਾ ਨਹੀਂ ਹੈ, ਉਹ ਦਰ ਦਰ ਤੇ ਮੰਗਦੇ ਹੀ ਫਿਰਦੇ ਨੇ। ਅੱਜ ਕੇ ਆਖੋ ਸਤਿਨਾਮ। ਕ੍ਰੋਧ ਕਰਨਾ ਥੋੜਾ ਬਹੁਤਾ ਹੈ ਅੰਸ਼, ਪਰ ਦਰਜਾ ਹਰਾਰਤ 98 ਰਵੇ। ਤਾਂ ਹੀ ਤਾਂ ਵੇਖੋ ਦੋ ਚੀਜ਼ਾਂ ਵਾਹਿਗੁਰੂ ਨੇ ਬਣਾਈਆਂ, ਇੱਕ ਸੂਰਜ ਇੱਕ ਚੰਦਰਮਾ। ਸੂਰਜ ਨੂੰ ਕਹਿਤਾ ਤੂੰ ਦੇ ਗਰਮੀ, ਸਰੀਰ ਦਾ ਦਰਜਾ ਹਰਾਰਤ ਜਿਹੜਾ ਸਾਡਾ ਹੈ ਨਾ ਟੈਂਪਰੇਚਰ, ਇਹ ਵਾਹਿਗੁਰੂ ਨੇ ਸੂਰਜ ਨੂੰ ਲਾਇਆ। ਅਗਨੀ ਨੂੰ ਦਿੱਤਾ ਹੈ, ਬੇਕਾਰ ਕਰਦੀ ਫਿਰਦੀ ਹੈ, ਕੋਈ ਪੈਸੇ ਵੀ ਨਹੀਂ ਲੈਂਦਾ ਇਸ ਤੋਂ ਸੂਰਜ। ਅੱਗ ਕੋਈ ਸਾਤੋਂ ਮੁਜਾਰਾ ਨਹੀਂ ਲਿਆ, ਸਾਤੋਂ ਵੇਜਜ ਨਹੀਂ ਲਏ, ਸਾਤੋਂ ਦਿਹਾੜੀ ਨਹੀਂ ਲਈ, ਬੇਕਾਰ ਪੈ ਵਿੱਚ ਅਗਨ ਕੱਢੈ ਬੇਕਾਰ। ਬੇਗਾਰੀ ਕਰਨੀ ਹੁੰਦੀ ਹੈ, ਮੁਕਤ ਕਿਸੇ ਦਾ ਕੰਮ ਕਰਨਾ। ਇਹ ਸੂਰਜ ਦੀ ਤਪਸ਼ ਸਾਡਾ ਮੁਕਤ ਕੰਮ ਕਰ ਰਹੀ ਹੈ, ਟੈਂਪਰੇਚਰ 98 ਰੱਖ ਰਹੀ ਹੈ, ਅਸੀਂ ਜਿਉਣੇ। ਤੇ ਚੰਦਰਮਾ ਦੀ ਸ਼ਾਂਤੀ ਬੈਲੈਂਸ ਬਰਾਬਰ ਰੱਖ ਰਹੀ ਹੈ। ਜੇ ਉਹ ਨਾ ਹੁੰਦਾ ਸਾੜ ਦਿੰਦਾ ਸੂਰਜ, ਇਤਨੀ ਤਪਸ਼। ਜੇ ਕੱਲਾ ਚੰਦਰਮਾ ਹੀ ਹੁੰਦਾ ਬਾ ਨਮੂਨੀਆ ਹੀ ਹੋਣਾ। ਤਾਂ ਅੱਜ ਆਖੋ ਸਤਿਨਾਮ। ਫਿਰ ਤਾਂ ਭਕਾਰਾ ਹੀ ਦੇ ਕੇ ਕਿਸੇ ਨੂੰ ਜਿਉਂਦੇ ਰੱਖਣਾ ਸੀ, ਉਹਨੇ ਠੰਡੇ ਕਰ ਦੇਣੀ ਸੀ। ਵਾਹਿਗੁਰੂ ਨੇ ਬੈਲੈਂਸ ਬਰਾਬਰ ਰੱਖਿਆ ਸਾਡੇ ਸਰੀਰ ਵਿੱਚ। ਚੰਦ ਸੂਰਜ ਜਾ ਕੇ ਤਪਤ ਰਸੋਈ ਦੋਏ ਕਰ ਰਹੇ ਨੇ, ਕਾਦਾ ਰੋਟੀ ਪਾਣੀ ਦਾ ਨਹੀਂ ਸੀ, ਰਾਵਣ ਦੇ ਕਰਦੇ ਸੀ, ਪਰ ਸਾਡੇ 24 ਘੰਟੇ ਕਰ ਰਹੇ ਨੇ। ਸੂਰਜ ਠੰਡ ਦਾ, ਸੂਰਜ ਗਰਮੀ ਦਾ ਕੰਮ ਦੇ ਰਿਹਾ ਹੈ ਤੇ ਚੰਦਰਮਾ ਸਰਦੀ ਦਾ। ਬੈਲੈਂਸ ਬਰਾਬਰ ਦੋਹਾਂ ਨੇ ਰੱਖਿਆ। ਪਰ ਜੇ ਦੋਹਾਂ ਦੀ ਸ਼ਕਤੀ ਇੱਕ ਰਹਿ ਜਾਂਦੀ ਗੁਰਸਿੱਖ ਪਿਆਰਿਓ, ਇੱਕੋ ਰਹਿ ਜਾਂਦਾ, ਮੈਂ ਕਿੱਥੇ ਆਪਾਂ ਹੁੰਦੇ? ਜਾਂ ਤਾਕਤ ਸੂਰਜ ਦੀ ਜ਼ਿਆਦਾ ਵੱਧ ਜਾਵੇ, ਚੰਦਰਮਾ ਦੀ ਹੋਵੇ ਹੀ ਨਾ, ਜਾਂ ਚੰਦਰਮਾ ਦੀ ਵੱਧ ਜਾਵੇ, ਤਾਂ ਹੀ ਤਾਂ ਵਿਚਾਰਾ ਹੁਣ ਭੁਲੇਖਾ ਪਿਆ ਵੇ ਤੁਹਾਨੂੰ। ਆ ਅਮਰੀਕਾ, ਇੰਗਲੈਂਡ, ਕੈਨੇਡਾ, ਜਾਪਾਨ, ਜਿਹੜਾ ਵੀ ਰਾਕਟ ਬਣਾਉਂਦਾ ਹੈ ਕਹਿੰਦੇ ਚੰਦਰਮਾ ਦੀ ਖੋਜ ਕਰਨੀ ਹੈ। ਕਰਦੇ ਨਾ, ਤਾਰ ਲਿਆ ਉੱਥੇ ਰਾਕਟ, ਬੰਦੇ ਵੀ ਚਲੇ ਗਏ ਤਾਰ ਕੇ, ਕਿਹੜਾ ਨੂੰ ਹਾਰ ਪਾ ਕੇ ਆਏ ਹੈ, ਵਿਚਾਰੇ ਦੀ ਮਿੱਟੀ ਪੱਟ ਲਿਆਂਦੀ। ਕਾਹਦੇ ਹੋਇਆ ਬੁਰਾ ਹਾਲ? ਠੰਡਾ ਜ਼ਿਆਦੇ, ਠੰਡੇ ਠੰਡ ਹੈ। ਜਿਹੜਾ ਉੱਠਦੇ ਚੰਦਰਮਾ ਦੀ ਖੋਜ ਕਰਨੀ ਹੈ, ਜਿਹੜਾ ਕਹਿੰਦੇ ਚੰਦਰਮਾ ਤੇ ਰਾਕਟ ਤਾਰਨਾ ਹੈ,
कोई बापू सूरज कनी तुरदा ही नहीं। अज खे आखो सतनाम। वो ठंडा इन्ना हो गया बेचारे ने मिट्टी पटाल ली, सूरज तत्ता इन्ना हो गया कोई मूह ही नहीं करता। इस करके नॉर्मल स्टेज इन्हों मारना नहीं, सूरज कनी तो कोई खोज नहीं करता। कोई अमरीका का साइंसदान नहीं, नासा वाले कहते नहीं भी सूरज की खोज करनी है। पता है भी बापू फूक दूंगा, जिथे आखो सतनाम, कोई जानता ही नहीं। वो तत्ता इन्ना हो गया ਉਹਦੇ नेड़े नहीं कोई जाता। वो ठंडा इन्ना हो गया ਉਹਦੀ मिट्टी पड़ते फिरदे बेचारे ਜਿਹੜਾ मर्जी जाके मंजा ढा ਲੈਂਦਾ है। ते ਤੁਹਾਨੂੰ गुरसिख ਨੂੰ संत सिपाही देखो, शक्ति ते भगती, कोई सूरज ते चंद्रमा वाली शक्ति, तेरे विच शांति ते तेरे विच सूरम गति बराबर रहन, मैं फेरे कम चलूगा। घर विच भी आई कम चलदा है, दो लफड़ मार भी लईदे, फिर सूट भी चंगा लिया दीदा है। अज खे आखो सतनाम, काही कम चलदा है। सीधियां गल्लां अपने घरां च जिहड़ियां हुंदियां, बेबे ने मार भी दिता लफड़ कन्ना ते गुरसिख प्यारे हो, जदे कहता तेन टॉफियां लिया के दूंगी, आवे कहे जा घोड़ा लिया तेन चाबी दिते ते बिना ही चलदा फिरदा है। जे तत्ता ही तत्ता हो जाए घर, बस गुआंढी फिर तमाशा ही वेखणगे। जे ठंडा ही हो गया गुआंढी तेनू जीण भी नहीं देणगे। अज के आखो सतनाम, बैलेंस बराबर। इसे करके भगती ते शक्ति, संत ते सिपाही गुरु महाराज ने साजिया। गुरु के खालसे सिखा नू एवं बद तत्ता नहीं होना, हद तो बाहर उबाले नहीं खाने, हद तो बाद उबाले खावेगा। पंजाबी दा मुहावरा याद रखिया करो, हांडी उबलूगी ते अपने ही कंडे फूकूगी। ते ज्यादा ठंडा हो गया तुरन जोगा ही नहीं रखेगा। जिथे फ्रीजिंग पॉइंट होंदा बर्फे बन जाता, पानी बस जमे ही रहिंदा, हिल जुल खत्म हो जाती है। करे सगल बल दा नाश करना इन्हां दा भाव। गुरु महाराज की कृपा, श्री गुरु अंगद देव जी की दृष्टि, इन्हां नूं मारिया नहीं ते गुरसिख प्यारिओ नाश कीता इन्हां दे बल नूं। तेनू अधीन ना बनाउण, तेरे अधीन पंजे चलण। सदा सुख मन वसै, दुख संसार खोवा। बस ये बचन तुहानू कीता सी, सुख कद होने जदों ये पंजां नूं तुसी काबू कर लोगे। ते सीधी गल पंजाबी दी, अपने जीवन दी, कोई तुहाडा दुश्मन है, जब तक तुहाडे ते भारूए नींद किवें आ जूगी? पहले लाओगे, खड़के तो उठोगे, ये फलाना सो आ गया, मैनू बचाओ। ज्यादा पंज साडे उत्ते भारू ने, मन कदे भी सुखी सौ नहीं सकेगा। ज्यादा पंजां नू तू मार लिया, बस विच कर लिया, इन्हां दा बल खत्म कर दिता। सदा सुख मन वसै। ते साडी क्रिया उल्ट चल रही है। काम साडे ते भारू, क्रोध साडे ते भारू, मोह लोभ हंकार साडे ते भारू। ये पंज दुश्मन तेन लुट रहे ने ते तू कहने मैं सुखी होवां, मेरे घर विच शांति आ जावे। तेरा शरीर रूपी शांति घर कदे भी ये विच मन रूपी मुसाफर मालक रहन वाला कदे सुखी नहीं सौंगा। जिन्हों पंज चोर लगे होण, उन्होंने सोलो बाणी विच की लिखे है, पंच बिखादी एक गरीबा, राखो राखण हारे, खेद करे और बहुत संतावे, आयो शरण द्वारे। ये पंज बिखादी दुश्मन एक जीव नूं चिंबड़े होए ने। महाराज कहंदे छेक पा दिते, इन्ना दुखी कर दिता, खेद करे और बहुत संताप है। थोड़े नहीं सताउंदे सानू पंजे है, ये पंज बिखादी छुरे मार रहे ने, हथियारां नाल सानू कट रहे ने। ते असी चाहुंदे असी सौ जीए, असी सुखी हो जाइए। सदा सुख मन वसै। जदों इन्हां पंजां नूं गुरु दी दृष्टि ने, गुरु दे उपदेश ने, गुरु दे बचनां ने इन्हां दा बल खत्म कर दिता, तेरे अधीन कर दिते। जिन्हां दे अधीन तू तुरिया फिरदा सी, वो तेरे हुक्म विच आ गए। फिर सदा सुख मन वसै। एक दो दे नहीं, यही जी दृष्टि गुरु अंगद देव जी दी दो चार दे नहीं, जिन्हां उत्ते भी दृष्टि पाई संसार ही जेड़े भी आगे एक प्रमाण है। ये तो सारे जग दी गल कर दी है। ये तो धरती जिडी गल कीती है, पहाड़ जिडी गल कीती है। दुख संसार है खोवे बहु बचन, थोड़िया दा दुख महाराज ने दूर नहीं किया। काम क्रोध लोभ मोह हंकार दा बेअंत नू ही सदा सुखी कर दिता।
ਗੁਰ ਨਾਮ ਨਿਦ ਦਰਿਆਉ ਜਨਮ ਹਮ ਕਾਲਖ ਧੋਵੈ। ਦਰਿਆਓ ਗੁਰਮੁਖ ਪਿਆਰੇ ਗੁਰ ਨਵਨਿਧ ਗੁਰੂ ਦਰਿਆਓ ਤਾਂ ਹੈ। ਦਰਿਆਓ ਦੇ ਦੋ ਅਰਥ ਨੇ ਭਾਈ। ਜੇ ਤਾਂ ਦਰਿਆ ਹਿੰਦੀ ਵਿੱਚ ਲਿਖੋਗੇ ਤਾਂ ਦਰਿਆ ਛੋਟਾ, ਜਿਵੇਂ ਸਤਲੁਜ ਚੱਲਦਾ, ਬਿਆਸ ਚੱਲਦਾ, ਤੁਹਾਡੇ ਨੇੜੇ ਹੀ ਦੁਆਬੇ ਦੇ ਜਿਆਦੇ ਰਹਿਣੇ, ਇੱਧਰ ਚੱਲਦਾ ਨਾ ਦੁਆਬੇ ਵਿੱਚ ਸਤਲੁਜ ਬਿਆਸ, ਉਹ ਦਰਿਆ ਨੇ। ਨਦੀ ਤੋਂ ਉੱਪਰ ਸਮੁੰਦਰ ਤੋਂ ਹੇਠਾਂ ਉਹ ਹੁੰਦਾ ਦਰਿਆਓ। ਤੂੰ ਦਰਿਆਓ। ਪਰ ਇੱਥੇ ਜਿਹੜਾ ਦਰਿਆਓ ਸ਼ਬਦ ਹੈ, ਜੇ ਦਰਿਆਓ ਫਾਰਸੀ ਵਿੱਚ ਵਰਤੋਗੇ ਤਾਂ ਦਰਿਆ ਦਾ ਅਰਥ ਸਮੁੰਦਰ ਹੋ ਜਾਣਾ। ਨੋਟ ਕਰ ਲਿਓ। ਹਿੰਦੀ ਵਿੱਚ, ਉਰਦੂ ਵਿੱਚ, ਪੰਜਾਬੀ ਵਿੱਚ ਦਰਿਆ ਦਾ ਸ਼ਬਦ ਹੈ ਵੱਡੀ ਨਦੀ। ਦਰਿਆ ਚੱਲਦੇ ਤੁਸੀਂ ਵੇਖੇ ਇੱਥੇ ਬਥੇਰੇ ਚੱਲਦੇ ਨੇ। ਪਰ ਜੇ ਫਾਰਸੀ ਵਿੱਚ ਦਰਿਆ ਲਿਖ ਦਈਏ ਤਾਂ ਫਾਰਸੀ ਵਿੱਚ ਦਰਿਆ ਦਾ ਅਰਥ ਹੈ ਸਮੁੰਦਰ। ਜਿੱਥੇ ਗੁਰੂ ਅਰਜਨ ਦੇਵ ਬਚਨ ਕਰਦੇ ਨੇ ਤੂੰ ਦਰਿਆਓ, ਉੱਥੇ ਸਤਲੁਜ ਵਰਗਾ ਨਹੀਂ ਹੈ ਰੱਬ, ਬਿਆਸਾ ਵਰਗਾ ਨਹੀਂ ਹੈ, ਚਨਾਹ ਵਰਗਾ ਨਹੀਂ, ਰਾਵੀ ਵਰਗਾ ਨਹੀਂ ਰੱਬ, ਉੱਥੇ ਸਮੁੰਦਰ ਦੀ ਪਦਵੀ ਹੈ। ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ। ਤੇ ਸਤਲੁਜ ਦਾ ਤਾਂ ਅੰਤ 3 ਮਿੰਟ ਵਿੱਚ ਮਛਲੀ ਲੈ ਲੈਂਦੀ ਹੈ, ਇੰਨੀ ਸਪੀਡ ਹੁੰਦੀ ਹੈ ਇਧਰੋਂ ਉਧਰ। ਪਰ ਇੱਕ ਸਮੁੰਦਰ ਹੈ ਜਿਹਦਾ ਮਛਲੀ ਅੰਤ ਨਹੀਂ ਲੈ ਸਕਦੀ। हे ਗੁਰੂ ਅੰਗਦ ਦੇਵ ਜੀ, ਤੁਸੀਂ ਵੀ ਇੱਕ ਦਰਿਆਓ ਹੋ। ਤੇ ਦਰਿਆ ਵਿੱਚ ਕੀ ਹੁੰਦਾ ਹੈ? ਮੋਤੀ ਹੀਰੇ ਜਵਾਹਰਾਤ ਭਰੇ ਹੋਏ। ਤੇ ਤੁਸੀਂ ਐਸੇ ਦਰਿਆਓ, ਤੁਹਾਡੇ ਵਿੱਚ 9 ਨਿਧੀਆਂ ਤੇ 18 ਸਿੱਧੀਆਂ ਭਰੀਆਂ ਹੋਈਆਂ। ਨਵਨਿਧ ਦਰਿਆਓ। ਦੂਜਾ ਦਰਿਆ ਦਾ ਅਰਥ ਭਾਸ਼ਾ ਵਿੱਚ ਦਰਵੀ ਰੂਪ, ਵਹਿਣ ਰੂਪ, ਕੋਮਲ ਰੂਪ, ਕਿਸੇ ਤੇ ਦਰਵ ਜਾਣਾ, ਕਿਸੇ ਤੇ ਮਿਹਰਬਾਨ ਹੋ ਜਾਣਾ। ਦਰਵ ਗਿਆ, ਮਿਹਰਬਾਨ ਹੋ ਗਿਆ, ਕੋਮਲ ਬਣ ਜਾਣਾ, ਨਰਮ ਹੋ ਜਾਣਾ ਕਿਸੇ ਦੇ ਉੱਤੇ। हे ਸ੍ਰੀ ਗੁਰੂ ਅੰਗਦ ਦੇਵ ਜੀ, ਜੋ ਵੀ ਤੁਹਾਡੇ ਕੋਲ ਆਉਂਦੇ ਨੇ ਜਗਿਆਸੂ, ਤੁਸੀਂ ਉਹਨਾਂ ਦੇ ਦਰਵੀ ਰੂਪ ਹੋ, ਉਹਨਾਂ ਉੱਤੇ ਦਰਵਦੇ ਹੋ, ਭਾਵ ਮਿਹਰਬਾਨ ਹੁੰਦੇ ਹੋ। ਤੇ ਮਿਹਰਬਾਨ ਹੁੰਦੇ ਐ ਨਹੀਂ ਕਿ $5 ਦੇਤੇ, 10 ਪਾਉਂਡ ਦੇਤੇ, ਤੁਸੀਂ ਬਸ 9 ਨਿਧੀਆਂ ਤੇ 18 ਸਿੱਧੀਆਂ ਹੀ ਬਖਸ਼ ਦਿੰਦੇ ਹੋ। ਅੱਜ ਕੇ ਆਖੋ ਸਤਿਨਾਮ। ਗੁਰ ਨਵਨਿਧ ਦਰਿਆਓ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਐਸੇ ਗੁਰੂ ਦਰਿਆ ਸਮੁੰਦਰ ਹੋ ਜਿਹੜੇ ਹਰ ਪ੍ਰਕਾਰ ਦੀਆਂ ਖੁਸ਼ੀਆਂ, ਹਰ ਪ੍ਰਕਾਰ ਦੇ ਪਦਾਰਥਾਂ ਨਾਲ ਸੰਪੂਰਨ ਹੋ। ਜਨਮ ਹਮ ਕਾਲਖ ਧੋਵੈ। ਲੋ ਪਹਿਲੀ ਤੁਕ ਤਾਂ ਇੱਥੇ ਦੀ ਭਾਈ, ਅੱਗੇ ਵੀ ਤੁਸੀਂ ਸਹਾਈ ਹੋ। ਇੱਥੇ ਪਦਾਰਥ ਦੇ ਦੇਣ ਤਾਂ ਇੱਥੇ ਹੀ ਆਨੰਦ ਮਾਣਾਂਗੇ, ਪਰ ਤੁਹਾਡੀ ਦ੍ਰਿਸ਼ਟੀ, ਤੁਹਾਡੀ ਸੰਗਤ ਦੇਖੀਏ, ਉਹ ਕਰ ਦਿੰਦੀ ਹੈ ਨਿਰਮਲ। ਤੇ ਫੇਰ ਨਿਰਮਲ ਹੋਏ ਤੋਂ ਜਿਹੜਾ ਜਨਮਾਂ ਜਨਮਾਂ ਵਿੱਚ ਭਟਕਣਾ ਹੈ, ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੇ। ਬੜਾ ਲੰਮਾ ਚੱਕਰ ਹੈ 84 ਲੱਖ ਦਾ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪਾਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ। ਮਿਲ ਜਗਦੀਸ਼ ਤਾਂ ਗੁਰਸਿੱਖ ਪਿਆਰਿਓ, ਖਾਤ ਪੀਤ ਖੇਲਤ ਹਸਤ, ਪਰਮੇ ਜਨਮ ਅਨੇਕ, ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ। ਜਨਮ ਹਮ ਕਾਲਖ ਧੋਵੇ। ਹਮ ਸ਼ਬਦ ਜਿੱਥੇ ਆ ਜਾਵੇ, ਇਹ ਮੈਂ ਦਾ ਬਹੁ ਵਚਨ ਹੈ ਫਾਰਸੀ ਵਿੱਚ ਭਾਈ। ਹਮ ਕਹੀਏ ਟੋਟਲ, ਤਮਾਮ, ਸਾਰੇ। ਜਿੱਥੇ ਹਮ ਮੈਲੇ, ਉੱਥੇ ਇੱਕ ਵਚਨ ਨਹੀਂ, ਅਸੀਂ ਸਾਰੇ ਜੀਵ ਮੈਲੇ ਹੈ। ਇੱਕ ਵਾਹਿਗੁਰੂ ਉਜਲ ਕਰਨ ਵਾਲਾ ਹੈ, ਨਿਰਮਲ ਹੈ। ਸਾਰੇ ਸੰਸਾਰ ਦੀ, ਸਾਡੇ ਸਾਰੇ ਸੇਵਕਾਂ ਦੀ ਜਨਮਾਂ ਜਨਮਾਂ ਦੀ ਮੈਲ ਧੋ ਦਿੰਦੇ ਹਨ ਸਤਿਗੁਰ। ਸੋ ਕਹੋ ਟਲ ਗੁਰ ਸੇਵੀਐ, ਐਨ ਸਹਿਜ ਸੁਭਾਏ। ਅੱਜ ਪ੍ਰੋਗਰਾਮ ਭਾਈ ਪੰਜਾਬ ਰੇਡੀਓ ਤੇ ਚੱਲ ਰਿਹਾ ਹੈ। ਬੜੀ ਦੂਰ ਦੂਰ ਤੱਕ ਸੰਗਤਾਂ ਸੁਣ ਰਹੀਆਂ ਨੇ। ਉਦਮ ਕੀਤਾ ਹੈ ਸੰਗਤਾਂ ਨੇ, ਪ੍ਰਬੰਧਕਾਂ ਨੇ। ਆ ਜਿਹੜਾ ਸ਼ਬਦ ਹੈ, ਇਹ ਜਿੱਥੇ ਤੱਕ ਮੇਰੇ ਸਤਿਕਾਰਯੋਗ, ਪੂਜਨੀਕ, ਮਾਣ ਆਦਰਯੋਗ ਗ੍ਰੰਥੀ ਸਿੰਘ, ਪਾਠੀ ਸਿੰਘ, ਬਹੁਤ ਸਤਿਕਾਰ ਕਰਿਆ ਕਰੋ। ਇੱਥੇ ਦੇ ਜਿਹੜੇ ਝੂਠੀਆਂ ਸਰਕਾਰਾਂ ਦੇ ਵਜ਼ੀਰ ਨੇ, ਉਹਨਾਂ ਦੇ ਤੁਸੀਂ ਹਾਰ ਪਾਉਨੇ ਹੋ, ਭਾਂਡੇ ਮਾਂਜਣ ਨੂੰ ਤਿਆਰ ਹੋ। ਘਰ ਆ ਕੇ ਇੱਕ ਚਾਹ ਪਿਲਾਉਣ ਵਾਸਤੇ ਹੀ ਤੁਸੀਂ ਝੂਠੇ ਵਜ਼ੀਰਾਂ ਨੂੰ 10-10 ਹਜ਼ਾਰ ਪਾਉਂਡ ਖਰਚ ਦਿੰਦੇ ਹੋ। ਪਰ ਖਿਆਲ ਕਰਿਆ ਕਰੋ ਸਿੱਖੋ, ਜੋ ਸੱਚੀ ਸਰਕਾਰ ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰ ਨੇ, ਉਹਨਾਂ ਦਾ ਵੀ ਸਤਿਕਾਰ ਕਰੀਏ। ਗੁਰੂ ਕੇ ਗ੍ਰੰਥੀ ਸਿੰਘ ਗੁਰੂ ਕੇ ਵਜ਼ੀਰ ਨੇ, ਵਜ਼ੀਰੀ ਬਖਸ਼ੀ ਹੈ, ਸੱਚੀ ਸਰਕਾਰ ਹੈ, ਸਰਕਾਰ ਦੇ ਵਜ਼ੀਰ ਹੋਣੇ ਹੈ। ਤੇ ਵਜ਼ੀਰ ਹੀ ਕੰਮ ਚਲਾਉਂਦੇ ਹੋਣੇ ਸਰਕਾਰਾਂ ਦਾ, ਵਜ਼ੀਰ ਹੀ ਸਭ ਕੁਝ ਸਾਹਮਣੇ ਨੇ।
बहुत ऊंची पदवी है। इन्हां दे चरणां दी धूड़ दर्शन दीदार मेले सारे पाठी जिथे तक मेरे सत्कारयोग वीर बजुर्ग सुनते होण, ਇਹ ਉਹਨਾਂ ਦੇ ਨਿਤ ਦੀ ਪੜਨ ਵਾਲੀ ਬਾਣੀ ਹੈ। ਜਦੋਂ ਹੁਕਮਨਾਮਾ ਲੈਨੇ ਆ ਨਾ ਇਹੀ ਸ਼ਬਦ ਪੜਿਆ ਜਾਂਦਾ, ਪਰ ਇਹਦੇ ਵਿੱਚ ਭੇਦ ਹੈ। ਸੋ ਕੋ ਪਾਠ ਨਹੀਂ ਕਰਨਾ, ਸੋ ਜੁਦਾ ਕਹੋ ਜੁਦਾ, ਸੋ ਕਹੋ ਤੇ ਇੱਕ ਹੋਰ ਆੜਾ ਅਸੀਂ ਆਪਣੇ ਕੋਲੋਂ ਲਾ ਜਾਂਦੇ ਅਟਲ, ਸੋ ਕਹੋ ਟਲ ਨਾ ਭਾਈ, ਸੋ ਕਹੋ ਟਲ। ਟਲ ਭੱਟ ਦਾ ਨਾਂ ਹੈ। ਸੋ ਜੁਦਾ ਸ਼ਬਦ ਹੈ, ਕਹੋ ਜੁਦਾ ਸ਼ਬਦ ਹੈ, ਟਲ ਜੁਦਾ ਸ਼ਬਦ ਹੈ। ਤਿੰਨੇ ਸ਼ਬਦ ਵਿਸਰਾਮ ਦੇ ਕੇ ਬੋਲਣੇ ਹੈ। ਸੋ ਕਹੋ ਟਲ ਅੜਤ ਇੱਥੇ ਹੈ ਹੀ ਨਹੀਂ, ਤੇ ਸੋ ਕਹੋ ਕੋਈ ਸ਼ਬਦ ਹੀ ਨਹੀਂ ਹੈ ਗੁਰਸਿੱਖ ਪਿਆਰੇ। ਸੋ ਕਹੋ ਟਲ। ਟਲ ਭੱਟ ਜੀ ਕਹਿੰਦੇ ਨੇ ਆਪਣੇ ਨਾਲ ਦਿਆਂ ਨੂੰ, 16 ਬੈਠੇ ਨੇ ਇਹਨਾਂ ਦੇ ਸਾਥੀ, ਆ ਜਿਹੜੇ ਬਚਨ ਜਿਹੜੀ ਉਪਮਾ ਜਿਸ ਗੁਰੂ ਅੰਗਦ ਦੇਵ ਜੀ ਦੀ ਉਪਮਾ ਮੈਂ ਸੁਣਾਈ ਹੈ, ਵਰਣਨ ਕੀਤੀ ਹੈ, ਸੋ ਕਹੋ ਟਲ ਗੁਰ ਸੇਵੀਐ। ਐ ਸਾਧ ਸੰਗਤ, ਐ ਦੁਨੀਆ ਦੇ ਲੋਕੋ, ਐ ਮੇਰੇ ਸਾਥੀਓ, ਐਸੇ ਗੁਰੂ ਅੰਗਦ ਦੇਵ ਜੀ ਨੂੰ ਐ ਨਿਸ, ਐ ਨਾਮ ਹੈ ਭਾਈ ਦਿਨ ਦਾ, ਤੇ ਨਿਸ ਨਾਮ ਹੈ ਭਾਈ ਰਾਤ ਦਾ। ਜਿੱਥੇ ਐ ਨਿਸ ਪਾਠ ਆਵੇ ਨਾ, ਉਹਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦਿਨ ਤੇ ਰਾਤ। ਐ ਨਿਸ ਤੇ ਇੱਕ ਗੱਲ ਇੱਥੇ ਹੋਰ ਬਚਨ ਆਖਿਆ, ਉਹਦਾ ਵੀ ਗੂੜ ਭਾਵ ਹੈ ਸਹਿਜ ਸੁਭਾਏ। ਸਹਿਜ ਸੁਭਾ ਕੀ ਹੁੰਦਾ? ਬਹੁਤ ਕਿਰਪਾ ਕੀਤੀ ਹੈ ਗੁਰੂ ਨਾਨਕ ਨੇ ਸਾਡੇ ਉੱਤੇ। ਜਿਹੜੀਆਂ ਔਖੀਆਂ ਭਗਤੀਆਂ ਸੀ, ਕਠਿਨ ਭਗਤੀਆਂ ਸੀ, ਪੁੱਠੇ ਲਟਕਣਾ, ਧੂਣੇ ਤਾਪਣੇ, ਭੁੱਖੇ ਰਹਿਣਾ, ਨੰਗੇ ਰਹਿਣਾ, ਜੁੱਤੀ ਨਹੀਂ ਪਾਉਣੀ, ਪ੍ਰਸ਼ਾਦਾ ਥਾਲੀ ਵਿੱਚ ਨਹੀਂ ਛਕਣਾ। ਦੇਖ ਲਓ, ਪੜ੍ਹ ਲਓ ਸੋਰਠ ਦੀ ਅਸ਼ਟਪਦੀ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਬਲ ਭਯੰਗਮ ਸਾਧੇ। ਸੋਰਠ ਪੜੋ। ਕਈ ਸਾਰੀ ਜ਼ਿੰਦਗੀ ਵੇਦਾਂ ਦਾ ਪਾਠ ਕਰਦੇ ਹੀ, ਅਰਥ ਕਰਦੇ ਹੀ ਮਰ ਗਏ। ਪਾਠ ਪੜਿਓ ਅਰ ਵੇਦ ਵਿਚਾਰਿਓ। ਭਈ ਆਪਾਂ ਕਿੱਥੇ ਵੇਦ ਪੜ੍ਹਦੇ, ਤੁਹਾਨੂੰ ਤਾਂ ਜਪਜੀ ਸਾਹਿਬ ਪੜ੍ਹਨ ਦਾ ਟਾਈਮ ਨਹੀਂ। ਅੱਜ ਕੇ ਆਖੋ ਸਤਨਾਮ, ਸਤਿਗੁਰਾਂ ਨੇ ਕਿਰਪਾ ਕਰ ਦਿੱਤੀ। ਪਾਠ ਪੜਿਓ, ਪਹਿਲਾਂ ਵੇਦਾਂ ਨੂੰ ਪੜ੍ਹਨਾ, ਫਿਰ ਉਹਨਾਂ ਦੇ ਅਰਥ ਸਿੱਖਣੇ, ਅਰ ਵੇਦ ਵਿਚਾਰਿਓ। ਨਿਵਲ ਭਯੰਗਮ ਬੜਾ ਸਖਾਲਾ ਜਿਹਾ ਸ਼ਬਦ ਹੈ, ਔਖਾ ਕਰਨਾ, ਯੋਗ ਅਭਿਆਸ ਹੈ। ਨਿਵਲ ਭਯੰਗਮ, ਨਿਵਲੀ ਕਰਮ ਪਤਾ ਕੀ ਹੁੰਦਾ ਜੋਗੀਆਂ ਦਾ? 9 ਗਜ ਮਲਮਲ ਦੀ ਧੋਤੀ। ਨੋਟ ਕਰ ਲਿਓ, ਬਹੁਤ ਵਾਰ ਪਾਠ ਨਿਵਲੀ ਤੁਸੀਂ ਪੜਿਆ ਹੋਣਾ। ਨਿਵਲੀ ਕਰਮ ਗੁਰਸਿੱਖ ਪਿਆਰਿਓ, ਨਿਵਲੀ ਕਰਮ, ਨਿਵਲ ਭਯੰਗਮ, ਬਹੁਤ ਕਠਿਨ। ਕੀ ਕਠਿਨ ਹੈ? ਜੋਗੀ ਕੀ ਕਰਦੇ ਨੇ? 9 ਗਜ ਮਲਮਲ ਹੁੰਦੀ ਸੀ ਨਾ, ਮਲਮਲ ਆਪਣੇ ਬਹੁਤ ਬਰੀਕ ਅੱਗੇ ਪੱਗਾਂ ਬੰਨਣ ਦੀ। 9 ਗਜ ਮਲਮਲ ਲੈਣੀ ਮਿਣ ਕੇ, ਤੇ ਉਹਨੂੰ ਆਪਣੇ ਮੁਖ ਰਾਹੀਂ ਪੇਟ ਵਿੱਚ ਲੈ ਜਾਣਾ, ਮੁਖ ਤੇ ਹੀ ਲਿਜਾਈ ਜਾਣੀ, ਤੇ ਸਵਾਸਾਂ ਦੇ ਨਾਲ ਨਾੜੀਆਂ ਨੂੰ ਹਿਲਾਉਣਾ। ਫਿਰ ਸਾਰੀਆਂ ਨਾੜੀਆਂ ਦੇ ਆਲੇ ਦੁਆਲੇ ਉਹ ਮਲਮਲ ਲਪੇਟ ਕੇ ਨਾੜੀਆਂ ਨੂੰ ਸਾਫ਼ ਕਰਨਾ। ਫਿਰ ਉਸ ਨੂੰ ਵਾਸ਼ਰੂਮ ਦੀ ਜਗ੍ਹਾ ਰਾਹੀਂ ਬਾਹਰ ਕੱਢਣਾ। ਇਹ ਹੈ ਨਿਉਲੀ ਕਰਮ, ਕਹਿਣਾ ਹੀ ਸਿਖਾਲਾ ਹੈ। 9 ਗਜ ਮਲਮਲ ਦੀ ਧੋਤੀ ਨਾਲ ਆਪਣੀਆਂ ਅੰਦਰਲੀਆਂ ਨਾੜਾਂ ਸਾਫ਼ ਕਰਕੇ ਮੈਲ ਕੱਢਣੀ। ਮੈਲ ਨਾ ਲੱਗੀ ਰਹਿ ਜਵੇ, ਇਹ ਕਰਮ ਕਿਤੇ ਸਿਖਾਲਾ ਤਾਂ ਨਹੀਂ ਹੈ। ਗੁਰੂ ਅਰਜਨ ਕਹਿੰਦੇ ਇਹ ਵੀ ਕਰ ਲੈ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ। ਇੰਨਾ ਕੁਝ ਵੀ ਕਰ ਲਈ, ਪੰਜ ਜਨਾ ਸਿਉ ਸੰਗ ਨਾ ਛੁਟਕਿਓ। ਆ ਜਿਹੜੇ ਗੁਰੂ ਅੰਗਦ ਦੇਵ ਜੀ ਦੀ ਦ੍ਰਿਸ਼ਟੀ ਕਰਨ ਤੋਂ ਹੀ 5 ਜਨ, ਜਿਹੜੇ 5 ਉੱਪਰ ਸੁਣੇ ਨਾ ਤੁਸੀਂ, ਗੁਰੂ ਅੰਗਦ ਦੇਵ ਜੀ ਦੀ ਦ੍ਰਿਸ਼ਟੀ ਤੋਂ ਹੀ ਨਾਸ ਹੁੰਦੇ ਨੇ। ਇਹ ਕੰਮ ਕਰਨ ਤੋਂ ਵੀ ਉਹਨਾਂ ਦਾ ਸੰਗ ਨਾ ਹਟਿਆ। ਵੇਦ ਪੜ੍ਹੇ, ਕਥਾ ਕੀਤੀ, ਨਿਉਲੀ ਕਰਮ ਜੋਗ ਆਸਣ ਕੀਤੇ, 5 ਜਨਾ ਸਿਉ ਸੰਗ ਨਾ ਛੁਟਕਿਓ। ਆਦਿਕ ਜਿਉਂ ਜਿਉਂ ਕਰਮ ਕਰੇਗਾ, ਜਿਉਂ ਜਿਉਂ ਵੇਦ ਪੜੇਗਾ, ਜਿਉਂ ਕਥਾ ਕਰੇਗਾ, ਜਿਉਂ ਜਿਉਂ ਕੀਰਤਨ ਕਰੇਗਾ, ਜਿਉਂ ਜਿਉਂ ਅਰਥ ਕਰੇਗਾ, ਆਦਿਕ ਅਹਮ ਬੁੱਧ ਵਾਧੇ। ਜਿਹੜੀ ਤੇਰੀ ਬੁੱਧੀ ਹੈ ਉਹਦੇ ਵਿੱਚ ਹਉਮੈ ਵੱਜ ਜਾਣਾ ਕਿ ਮੈਂ ਹੁਣ ਕਥਾ ਵਾਚਕ ਹੈ, ਮੈਂ ਹੁਣ ਵੇਦ ਪੜ੍ਹਦਾ, ਮੈਂ ਹੁਣ ਨਿਉਲੀ ਕਰਮ ਕਰਦਾ। ਜਿਹੜੀ ਚੀਜ਼ ਘਟਾਉਣੀ ਸੀ ਉਹ ਵੱਧ ਗਈ ਹਉਮੈ। ਪਿਆਰੇ ਇਨ ਵਿਦ ਮਿਲਣ ਨਾ ਜਾਈ। ਇਹ ਜਿਹੜੀਆਂ ਪੁਰਾਣੀਆਂ ਵਿਧੀਆਂ ਸੀ, ਯੋਗ ਕਰਮ, ਸਿੱਧ ਕਰਮ ਆਦਿਕ, ਪੁੱਠੇ ਲਟਕਣਾ, ਸਤਿਗੁਰ ਕਹਿੰਦੇ ਨਹੀਂ ਮਿਲ ਹੋਣਾ। ਮੈਂ ਕੀਏ
कर्म अनेक, जिन्ने भी ऐसे कर्म करेगा ओदे विच मैं आ जानी है, मैं कर दे। सिख पूछन लगे महाराज करिए की? हार परो स्वामी के द्वारे दीजे बुद्ध विवेक, निर्मल बुद्धि बख्श दे। फिर अगे पढ़ लो, मौन पयो कर पाती रहे हो, बोल नहीं छड़ता। इथे भी कई फिरदे मातड़ लाना, कहते बाबा जी मौनी है, मौनी है। कहते 6 बार परौंठे खांदा अजे मौनी है। अज के आखो सारा है, कोई चेला माड़ा जा हिल पवे ते घूरियां ऐ वटदा भी खा जू कच्चे नू, कहना मैं मौनी है। वेखो मौन पियो कर पाती, बोलना ही बंद कर दिता। अजीबा दती है, जो तेन बोलना बंद करना होंदा तेन गूंगा ही ना बना दिंदा रब। मौन पियो कर पाती दा अर्थ है भांडियां विच रोटी खानी छड़ देनी। कर पाती अपने हत्थां ते प्रसादा छकना, कहंदे भांडे ते नहीं छकना, उन्होंने कहने करपाती आ। मौन पियो करपाती रहो, नगन फिरो कपड़े पाने, कहना कपड़े नहीं पाने। महाराज ने सीधे हाथ लिया उन्होंने, नगन फिरत जाओ पाइए जोग, बन का मिर्ग मुक्त सब होग। किन्ने जानवर फिरते हैं, कदे झग्गा सलवार पाउंदे नहीं, तां मुक्ति होगी। अज के आखो सतनाम, किते मिर्गा ने कपड़े पहने, किते कुत्ते ने कपड़े पहने, सब फिरते ने। नगन फिरत जाओ पाइए जोग, बन का मिर्ग मुक्त। फिर तो सारे जानवर मुक्ते होंगे, ये कदे सवाउंदे ही नहीं कपड़ा बेचारे। महाराज कहने मौन पयो कर पाती रहो, नगन फिरो बन माही, तट तीरथ सब धरती भरम्यो। चक दता साहब मेरे सतगुरा ने ठाड़ तीर्थ चढ़ दिते, सब धरती। ओए ठाड़ तीर्थां दी गल ना करी, इस धरती ते जिन्ने भी तीर्थ है उन्ने ही ना ली। तट तीर्थ सब धरती भरम्यो, मिलूगा की दुबदा छुटके नाही। दुबदा नहीं हटनी, चिंता नहीं हटनी, फिक्र चिंता नहीं हटना। ते गुरसिख प्यारे हो गहा दुबदा छुटके नाही। फिर गुरसिख प्यारे हो महाराज राजियां दी गल, बादशाह भी बनजी, राजलीला राजन की रचना, करया हुक्म अफारा, सेज सोनी चंदन चोआ, ए नरक घोर का दौर। देखो कैसे बचन, बहुत लम्ही अष्टपदी है, मुख मुख बचन। बाबा बुढ़ा साहब जी खड़े हो गए, भाई सालो साहब जी खड़े हो गए, भाई जेठा साहब जी खड़े हो गए, भाई विधि सत साहब जी खड़े हो गए। सतगुरु ये तू सब कुछ गिणता, कोई करन नू चीज रही नहीं, फिर तरेंगे किमें? ये सारे जब तब करते तुसी बिचे ले ले। मौन पियो कर पाती रहो, नग्न फिरो बन माही, धर तीर सब धरती परम्यो, दुबदा छुटके नाही। मन कामना तीर जय बस्यो, सिर कर वत तराए, मणिकरण तीर्थ है मन कामना तीर्थ। उथे की पखंड कीता सी, कहंदे इत्थे जेड़ा आरे नाल अपने आप नू चराऊगा, करवत नाम है आरे दा, सिर करवत आरा। कहंदे जेड़ा आरे नाल जिउंदा चराऊगा सीधा बकुंठ नू जाऊ। बाजी नू जिउंदे नू चीरता सीधा ही चलिया गया। अज के आखो सतनाम, ओनू तां बैरियर आउणा ही नहीं कोई, चीर के मारता ते बकुंठ नू गया ना गुरसिख। कैसे भरम पाए हुए सी, सिर करवत तराए, मन की मैल ना उतरे, ए विद जे लख जतन कराए। कैसे ठोस प्रमाण पत्थर ते लीक मिट सकती है। मेरे गुरु ग्रंथ साहब दे बचनां नू मोड़न वाला कौन जमे? ये नहीं मिटने, अमिट छाप है सतगुर दे बचनां दी। मन कामना तीर जय बस्यो, सिर करवत तराए, मन की मैल ना उतरे, बल जे लख जतन कराए। कनक कामनी है वर गैवर, बहु विद दान दातार। कान का मणि, कान कामणी, पाठी सिंह सुनते होने ना कोई विद्वान। कानक कामणी, कान का मणि, कान कामणी, दो पाठ पाई। कन कामणी हैवर गैवर, अपनी स्त्री नू सोने दे गहने पाके दान करना। कानक कामणी, कामणी कहिए स्त्री, कान का मणि, सोने हीरे ज्वाते मणियां दान करनी। कानक कामणी जाने हुण भी तुसी वेख्या है इलाहाबाद हरिद्वार जाओ कदे, उत्थे दान होनियां स्त्रियां घर वालियां, अरपै नार शिंगार समेत। पढ़ो बाणी,
ਅਸਦਾਨ ਗਜਦਾਨ ਸੇਜਾ ਨਾਰੀ, ਭੂਮਦਾਨ ਸੇਜਾ ਨਾਰੀ, ਇਸਤਰੀ ਦਾਨ ਆਨ ਕੱਪੜੇ ਕੁਪੜੇ ਪਾ ਕੇ ਭੈਣਾਂ ਬੀਬੀਆਂ ਦੇ ਹਾਰ ਸ਼ਿੰਗਾਰ ਕਰਾ ਕੇ ਉਹ ਪੰਡਤ ਨੂੰ ਦਾਨ ਕਰ ਦਿੰਦੇ। ਹਜ਼ਾਰਾਂ, ਕਿਤੇ ਭੁਲੇਖਾ ਨਾ ਖਾਓ ਵੀ ਪੰਡਤ ਹਜ਼ਾਰਾਂ ਬੀਬੀਆਂ ਕਿੱਥੇ ਰੱਖਦਾ ਹੋਊਗਾ, ਉੱਥੇ ਤਾਂ ਬਹੁਤ ਇਕੱਠੀਆਂ ਹੋ ਜਾਂਦੀਆਂ ਹੋਣੀਆਂ। ਨਹੀਂ ਨਹੀਂ, ਤਰੀਕਾ ਵੇਖੋ ਕੀ ਪਖੰਡ ਰਚਿਆ ਹੈ। ਘਰ ਵਾਲੀ ਦੇਤੀ ਪੰਡਤ ਨੂੰ ਸਣੇ ਗਹਿਣੇ ਪਾ ਕੇ, ਤੇ 4-5 ਪੰਡਤ ਇਕੱਠੇ ਹੋ ਕੇ ਫਿਰ ਉਹਦੀ ਬੋਲੀ ਕਰਦੇ ਨੇ। ਜਿੰਨੀ ਬੋਲੀ ਟੁੱਟ ਜਾਵੇ ਪੈਸੇ ਬਾਹਮਣ ਨੂੰ ਦੇ ਤੇ ਆਪਣੀ ਘਰ ਵਾਲੀ ਛਡਾ ਲਿਆਂਦੀ। ਅੱਜ ਕੇ ਆਖੋ ਸਤਨਾ ਵੇਖੋ ਦਾਨ ਕਨਕ ਕਾਮਣੀ, ਆ ਬਾਣੀ ਨੂੰ ਵਿਚਾਰਿਆ ਕਰੋ, ਤੁਹਾਨੂੰ ਪਤਾ ਲੱਗੇ ਬਾਣੀ ਚੀਜ਼ ਕੀ ਹੈ। ਕਨਕ ਕਾਮਣੀ ਹੈ ਵਰ ਗੈਵਰ, ਤੇ ਗੁੱਸਾ ਨਾ ਕੋਈ ਮੇਰਾ ਵੀਰ ਕਰਨ ਵਾਲਾ ਗੁੱਸਾ ਕਰੇ, ਖਿਮਾ ਕਰ ਦੇਵੇ ਮੈਨੂੰ। ਕਰਦੇ ਪਤਾ ਕਾਤੇ, ਤੁਹਾਨੂੰ ਪਤਾ ਵੀ ਕਾਤੇ ਇਸਤਰੀ ਦਾਨ ਕਰਦੇ। ਕਹਿੰਦੇ ਗਾਂ ਵਾਲੇ ਜਨਮ ਵਿੱਚ ਛੜੇ ਨਾ ਰਹਿ ਜੀਏ। ਅੱਜ ਕੇ ਆਖੋ ਸਤ ਨਾ ਵੇਖੋ ਕੀ ਪਖੰਡ ਚਲਾਇਆ ਇਹਨਾਂ ਲੋਕਾਂ ਨੇ। ਇਹ ਸੱਚੇ ਪਾਤਸ਼ਾਹ ਭਗਵਾਨ ਮੈਂ ਇਸਤਰੀ ਦਾਨ ਕਰਦਾ, ਗਾਹਾਂ ਨੂੰ ਵੀ ਦਈ। ਹੁਣ ਵਾਲੀ ਛਿੱਤਰ ਫੇਰਦੀ ਹੈ, ਗਾਹਾਂ ਵਾਲੀ ਤੇਰੇ ਭਾਂਡੇ ਮਾਂਜੂਗੀ। ਹੁਣ ਵਾਲੀ ਤੂੰ ਕਿਹੜਾ ਛਡਾਉਣ ਦੀ ਗੱਲ ਕਰ ਤੂੰ ਬਈ। ਪੁੱਤਰ ਕਲੇਤਰ ਗ੍ਰਿਸ਼ਤ ਕਾ ਫਾਸਾ ਹੋਣ ਨਾ ਪਾਈਏ ਰਾਮ ਕੇ ਦਾਸਾ। ਘਰ ਵਾਲੀ ਘਰ ਵਾਲੇ ਤੋਂ ਖੁਸ਼ੀ ਦੁਖੀ ਹੈ, ਤੇ ਘਰ ਵਾਲੇ ਦੇਖ ਲੋ ਕੀ ਬਣਦਾ ਆਪਣੇ ਘਰਾਂ ਵਿੱਚ। ਮੈਂ ਵੀ ਵਿਆਹ ਹੋਇਆ, ਮੈਨੂੰ ਸਭ ਕੁਝ ਪਤਾ ਹੈ, ਆਪਣਾ ਤਜਰਬਾ, ਮੈਂ ਕੋਈ ਗੱਲਾਂ ਹੀ ਨਹੀਂ ਕਰਦਾ। 40 ਸਾਲ ਹੋ ਗਏ ਮੈਨੂੰ ਕਥਾ ਕਰਦੇ ਨੂੰ, ਸਭ ਕੁਝ ਪਤਾ ਹੈ, ਮੁੰਡੇ ਕੁੜੀਆਂ ਜੋ ਕੁਛ ਹੁੰਦਾ। ਕੋਈ ਉਹ ਦਿਨ ਰੱਬ ਕਰੇ ਖੈਰ ਕੇ ਰੋਟੀ ਸ਼ਾਂਤੀ ਨਾਲ ਖਾ ਲਈਏ। ਖੜਕਾ ਦੜਕਾ ਹੁੰਦਾ ਹੀ ਰਹਿੰਦਾ। ਇਹ ਵਿਚਾਰੇ ਇਹ ਤਾਂ ਨਹੀਂ ਕਹਿੰਦੇ ਵੀ ਸੱਚੇ ਪਾਤਸ਼ਾਹ ਇਸ ਕਲੇਸ਼ ਤੋਂ ਮੈਨੂੰ ਮੁਕਤੀ ਕਰ, ਨਾ ਗਾਂ ਨੂੰ ਜਨਮ ਲਵਾਂ, ਨਾ ਵਿਆਹ ਕਰਾਵਾਂ, ਨਾ ਇਹਨਾਂ ਕਲੇਸ਼ਾਂ ਵਿੱਚ ਪਵਾਂ, ਤੂੰ ਮੈਨੂੰ ਆਪਣੇ ਨਹੀਂ ਨਹੀਂ ਕਹਿੰਦੇ ਫੇਰ ਵਿਆਹ ਕਰੀ ਮੇਰਾ ਜਦੋਂ ਅੱਗੇ ਮੈਂ ਜੰਮਾਂ। ਕਨਕ ਕਾਮਣੀ ਹੈ ਵਰ ਗੈਬਰ ਬੋਬੇ ਦਾਨ ਦਤਾਰਾ, ਹਸਤੀ ਘੋੜੇ ਹੈਬਰ ਗੈਬਰ ਹੈ ਗਏ ਹਸਤੀ ਘੋੜੇ। ਇਹ ਤਾਂ ਦੰਨੇ ਹਾਥੀ ਘੋੜੇ ਵੀ ਗਾਹ ਨੂੰ ਹਾਥੀ ਘੋੜੇ ਮਿਲਣ ਸਾਨੂੰ। ਮੈਂ ਹੁਣ ਮੁਕਾ ਦਿੰਦਾ ਗੱਲ। 84 ਚ ਫਿਰਨ ਦੀ ਉਹ ਗੱਲ ਮੰਗਦੇ ਆ। ਅੱਜ ਕੇ ਆਖੋ ਸਤਨਾਮ ਵੀ ਮੁੜ ਮੁੜ ਕੇ ਜੰਮੇ ਜਾਈਏ ਮਰੀ ਜਾਈਏ, ਹਾਥੀ ਘੋੜਿਆਂ ਦੀ ਲਿੱਦ ਚੱਕਦੇ ਫਿਰੀਏ, ਹੋਰ ਕੀ ਕਰਨੇ। ਇਹ ਮੰਗ ਹੈਬਰ ਗੈਬਰ ਕਨਕ ਕਾਮਨੀ ਹੈਬਰ ਗੈਬਰ ਬਹੁਤ ਦਾਨ ਦਤਾਰਾ, ਅੰਨ ਵਸਤਰ ਭੂਮ ਬਹੁ ਅਰਪੇ न ਮਿਲੀਏ ਹਰ ਦੁਆਰਾ। ਦੇਖੋ ਕੈਸੇ ਬਚਨ ਨੇ, ਕਿੰਨਾ ਸਖਾਲਾ ਤੁਹਾਨੂੰ ਤਰੀਕਾ ਦੇ ਦਿੱਤਾ ਗੁਰਸਿੱਖ ਪਿਆਰਿਓ। ਕਿੱਥੇ ਹਾਥੀ ਕਰੂਗਾ ਹਰਦੇਵ ਸੁਮਦਾਨ, ਕਿੱਥੇ ਉਹ ਬੈਠਾ ਸਾਡਾ ਸੈਕਟਰੀ ਉਹ ਕਿਤੇ ਘੋੜੇ ਦਾਨ ਕਰੂਗਾ। ਫਿਕਰ ਤਾਂ ਲੱਗਿਆ ਵੇ ਮੌਡਗੇਜ ਪੂਰੀ ਨਹੀਂ ਹੁੰਦੀ। ਅੱਜ ਕੇ ਆਖੋ ਸਤਨਾਮ ਅਸੀਂ ਇਹ ਕੰਮ ਕਿੱਥੇ ਕਰ ਸਕਦੇ ਸੀ। ਉਹ ਹਾਈਡਰੋ ਦਾ ਬਿੱਲ ਨਹੀਂ ਸਾਡਾ ਪੂਰਾ ਹੁੰਦਾ, ਉੱਥੇ ਖੁਦਕਸ਼ੀਆਂ ਕਰਕੇ ਮਰ ਰਹੇ ਹਾਂ, ਲੋਨ ਦੇ ਮੁੜਦਾ ਨਹੀਂ ਹੈਗਾ। ਅਸੀਂ ਕਿੱਥੇ ਕਾਰਾਂ ਦਾਨ ਕਰਦੇ, ਅਸੀਂ ਕਿੱਥੇ ਹਾਥੀ ਦਾਨ ਕਰਦੇ। ਮਹਾਰਾਜ ਕਹਿੰਦੇ ਭਾਈ ਇਹਨਾਂ ਦੇ ਬਰਾਬਰ ਤੁਹਾਨੂੰ ਚੀਜ਼ ਦੇ ਦਿੱਤੀ। ਬਾਬਾ ਬੁੱਢਾ ਸਾਹਿਬ ਸਿੱਖਾਂ ਨੇ ਬੇਨਤੀ ਕੀਤੀ ਬਚਣ ਦਾ ਤਰੀਕਾ ਤਾਂ ਦੱਸੋ। ਸ੍ਰੀ ਗੁਰੂ ਅਰਜਨ ਦੇਵ ਕਹਿੰਦੇ ਕਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮ। ਆ ਜਿੰਨੇ ਉੱਪਰ ਕਰਮ ਤੁਹਾਨੂੰ ਗਣਾਏ ਨੇ ਨਾ, ਦਾਨ ਪੁੰਨ ਜਪ ਤਪ ਸੰਜਮ ਨੇ, ਇਹਨਾਂ ਸਾਰਿਆਂ ਦਾ ਸਿਰੇ ਦਾ ਕੰਮ ਹੈ। ਇੱਕੋ ਕਰ ਲੋ, ਗੁਰੂ ਦੇ ਚਰਨਾਂ ਵਿੱਚ ਆ ਕੇ ਸੰਗਤ ਕਰ ਲਿਆ ਕਰੋ। ਅੱਜ ਕੇ ਆਖੋ ਸਤਨਾਮ। ਸਿਰ ਕਰਮਨ ਕੈ ਕਰਮ, ਜਿੰਨੇ ਕਰਮ ਹੈਗੇ ਉਹਨਾਂ ਦਾ ਸ੍ਰੇਸ਼ਟ ਸਿਰੇ ਦਾ ਕਰਮ ਉਹ ਹੈ ਹਰ ਕੀਰਤ ਸਾਧ ਸੰਗਤ। ਪਰ ਮਿਲਦਾ ਕਿਨੂੰ ਹੈ? ਕਉ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਲ। ਹੁਣ ਦੇਖੋ ਟਲ ਭਗਤ ਜੀ ਕੀ ਬਚਨ ਕਰਦੇ ਨੇ। ਸੋ ਕਉ ਟਲ, ਟਲ ਭਗਤ ਜੀ ਕਹਿ ਰਹੇ ਨੇ ਕਿ ਸੋ ਕਉ ਟਲ ਗੁਰ ਸੇਵੀਏ। ਸ੍ਰੀ ਗੁਰੂ ਨਾਨਕ ਦੇਵ ਗੁਰੂ ਅੰਗਦ ਦੇਵ ਮਹਾਰਾਜ ਛੱਡ ਦੋ ਔਖੀਆਂ ਭਗਤੀਆਂ ਕਰਨ ਕੰਮਾਂ ਨੂੰ, ਤੇ ਸੇਵਣਾ ਕਿਵੇਂ ਐ ਨਿਸ ਦਿਨ ਤੇ ਰਾਤ। ਦੇਖੋ ਹੁਣ ਤਰੀਕਾ, ਉੱਪਰਲੀਆਂ ਗੱਲਾਂ ਸੁਣਨੀਆਂ ਤੁਸੀਂ। ਸਹਿਜ ਸੁਭਾਏ ਸਿਮਰਨ ਕਰਦੇ ਤੈਨੂੰ ਔਖਾ ਨਹੀਂ ਹੋਣਾ, ਪੁੱਠੇ ਨਹੀਂ ਲਟਕਣਾ, ਧੂਣੇ ਨਹੀਂ ਤਾਪਣਾ। ਉਹ ਨਾਲੇ ਹਲ ਵਾਈ ਜਾ ਤੇ ਨਾਲੇ ਵਾਹਿਗੁਰੂ ਵਾਹਿਗੁਰੂ ਕਰੀ ਜਾ। ਅੱਜ ਕੇ ਆਖੋ ਸਤਨਾਮ। ਨਾਲੇ ਜੌਬ ਤੇ ਖੜਾ ਕੰਮ ਕਰੀ ਜਾ, ਨਾਲੇ ਸਤਨਾਮ ਸ੍ਰੀ ਵਾਹਿਗੁਰੂ ਜਪੀ। ਹੱਥ ਪਾਉ ਕਰ ਕੰਮ ਸਭ ਚੀਤ ਨਿਰੰਜਨ ਨਾਲ। ਸਾਈਕਲ ਤੇ ਜਾਂਦਾ, ਬੱਸ ਵਿੱਚ ਬੈਠਾ, ਸਕੂਟਰ ਤੇ ਜਾਂਦਾ, ਨਾਲੇ ਸਫ਼ਰ ਕਰ ਲੈ
सुनियो कन खोल के प्यारिओ, सफर करते हो ना गड्डियां च, कारां च, साइकिलां ते, स्कूटरां ते, गड्डियां च, ओ सफर करदा करदा जे तू राम राम वाहिगुरु वाहिगुरु करे, तेरा अगला सफर घट जूगा। आखो 84 लाख दा जूनी दा सफर मुक जूगा। उठत बैठत सोबत जागत ते एक होर खुल देती, मार्ग चलत हरे हर गाइए। जदों रस्ते रस्ते तुरदे उदों ही वाहिगुरु कही जा। ऐनिस सहज सुभाए, घर बार छड़ के उठे लटके सेवा नहीं करनी। टल जी कहंदे की उपदेश दिता गुरु अंगद देव जी ने, हे टल भगत कैसा उत्तम उपदेश, भाई सारियां संगतां ऐसे गुरु नू दिन रात सिमरो, दिन रात याद करो, कम करदे याद करो, बैठे याद करो, तुरदे याद करो। जे बैठ भी नहीं हुंदा पै पै वाहिगुरु कही जाओ। ऐने सहज सुभाए, दर्शन परस गुरु का जन्म मरण दुख जाए। देखो कैसा उत्तम शब्द आपां नूं बख्शे गुरमुख प्यारिओ। ऐसी अवस्था ऐसे गुरु अंगद दे महाराज जी दे ते एक नूं किसे नूं गुरु नानक दे दर्शन होए, किसे नूं गुरु अंगद दे होए, किसे नूं गुरु अमरदास जी दे होए। एक बाबा बुढ़ा साहब जिन्हां नूं 6 पातशाहियां दे दर्शन होए। एक बाबा श्री चंद जी महाराज श्री गुरु नानक देव जी दे सपुत्र जिन्हां नूं 6 पातशाहियां मिलन गईयां। ये दोवें ने, बाकी तो किसी नूं 1 गुरु दे, किसी नूं 2 गुरु दे। और किड्डे भागां वाले हो तुसीं, तुहानूं 10 दे इकट्ठे ही हो रहे ने। अज के आखो सर एडी भागां वाली संगत, एडी कृपा गुरु दी। दर्शन परसिए गुरु के, तुहानूं 10 गुरुआं दी जागत जोत। सब सिखन को हुक्म है प्रगट गुरां की, गुरु माने हो ग्रंथ। किन्ने कर्मां वाले आपां कि 10 गुरु सानू साक्षात नित दर्शन दे रहे हैं। सो कहो टल गुर सेविए, अहनिस सहज सुभाए। दर्शन परसिए गुरु के जन्म मरण दुख जाए। अज दी जो रेडियो दी सेवा है भाई, ये स्वर्गवासी सरदार सुरिंदरजीत सिंह जी सलो ते समूह परिवार वालों रेडियो तो जेड़ा अज दा प्रोग्राम उन्होंने संगतां नूं सुनाया, ये उन्होंने सेवा की है। डिटेल दे विच साडे गुरमुख प्यारे सैकटरी साहब तुहानूं दस देणगे। अगे भी जिहड़ी 15 दिन सेवा हुई सी, ये थोड़ा परोपकार नहीं है जो दूर दराडे बैठिਆਂ नूं गुरु दी बाणी सुना देनी। अगे भी संगतां ने रल मिल के सेवा की सी, हुण भी भाई तुसीं रल मिल के सेवा करनी है। ये अज गुरु दी कृपा हुई है, तुहाडी संगत दी कृपा हुई है। श्री गुरु अंगद देव जी दे सवैये अज संपूर्ण हो गए ने। सो कल नूं धन धन गुरु अमरदास निमाणिया के मान, निताणिया के ताण, निरुटिया की ओट, निआसरिया के आसरे। श्री गुरु अमरदास महाराज जी दी महिमा कैसी महिमा है। पल्ले अमर गिलास गुण तेरे, तेरी उपमा तोए बन आवे। ओ सवैये कल नूं आरंभ होणगे। मैं संगतां तो खिमा दा जाचक हां कि अमृत वेले दे दीवान विच दास हाजरी नहीं भर सकिया। गुरु कृपा करनगे। कल तो अमृत वेले दी कथा जो सत्ते बलवंड दी वार रामकली दी चल रही है, वो भी आपां इस हफ्ते विच गुरु दी कृपा नाल संपूर्ण करन दी कोशिश करनी है। वध चढ़ के समय सिर आउण दी कृपालता करिया करो। बहुत धन्यवाद संगतां दा, भाई अमरीक सिंह उन्हां दा, ते सब तो वध धन्यवाद श्री गुरु ग्रंथ साहब जी दा। दास वालों बोलदे आ बहुत भुलां हो जांदियां ने। सतगुर ते संगत सदा ही बख्शणहार है। अगों लई सुध सेवा करन दा बल बख्शना। बाणी अगाध बोध है, बाणी सरबग है ते आपां अलपग है। ये भाई अगम है, आपां गमता विच संगत बख्शणहार है। बहुत माया संगतां वालों सत्कार होया बाणी दा। तुहानूं महाराज चढ़दी कला नाम दी रात गुरसिੱਖੀ दा जीवन बख्शण। आओ सकत्तर साहब तो 1-2 बचन सरवण कर लो। उस तो बाद भाई साहब जी आनंद साहब दा पाठ सरवण कराउणगे। वाहिगुरू जी का खालसा, वाहिगुरू जी की फतेह।